पंजाबन जी भी देख रहे सारे दर्शकों का मैं मेघा प्रोग्राम आरोग जीवन दे विच स्वागत करदी हां। अज दे आरोग जीवन दे इस खास अंक दे विच असीं औरतां नाल जुड़ियां समस्यावां दियां बीमारियां दी गलबात करांगे ते गलबात करन लई स्टूडियो दे विच मेरे नाल मौजूद ने डॉक्टर रीना मल्होत्रा जी। डॉक्टर रीना मल्होत्रा जी पिछले 27 साल तो अपना मैटरनिटी हॉस्पिटल ते जनरल हॉस्पिटल चला रहे हैं। बहुत बहुत इन्हां दा पंजाबन टीवी दे स्टूडियो दे विच स्वागत करदे हां। नमस्कार सारिਆਂ ਨੂੰ। प्रोग्राम की शुरुआत करते हैं जिस तरह मैं कहा कि अज ये साडा खास अंक है हाँ जी, जिहदे विच असीं औरतां नाल जुड़ियां जिहड़ी समस्यावां है उहदी गलबात करांगे। ते शुरुआत इत्थों ही करते हैं कि अक्सर असीं सुनिया है कि प्रेगनेंसी तो पहला जदों बच्चा कंसीव करना चाहती है एक औरत, हाँ जी, हाँ जी। एक महिला, उस तो पहला एक दवाई शुरू कर दी जाती है फॉलिक एसिड। हाँ जी, थोड़े तो विस्तार दे विच जानांगे कि फॉलिक एसिड की है, ये क्यों पहला शुरू किया जाता है ते इहदे की फायदे ने। ਜਿਹੜਾ ਫੋਲਿਕ ਐਸਿਡ ਹੈ ਇਹ ਹੈਲਦੀ ਆਰਬੀਸੀਸ ਨੂੰ ਬਣਾਉਂਦਾ ਹੈਗਾ ਜਿਹੜੀ ਕਿ ਸਾਰੀ ਆਕਸੀਜਨ ਬੋਡੀ ਵਿੱਚ ਕੈਰੀ ਕਰਦਾ ਹੈਗਾ। ਤੇ ਅਗਰ ਆਪਾਂ ਫੋਲਿਕ ਐਸਿਡ ਸਾਡਾ ਪੂਰੀ ਮਾਤਰਾ ਵਿੱਚ ਪ੍ਰੈਗਨੈਂਸੀ ਤੋਂ ਪਹਿਲੇ ਹੈ ਤੇ ਉਹਦੇ ਵਿੱਚ ਜਿਹੜੀਆਂ ਹੈਗੀਆਂ ਕੰਪਲਿਕੇਸ਼ਨਸ ਆਫਟਰ ਪ੍ਰੈਗਨੈਂਸੀ ਜਿਹੜੀਆਂ ਅਸੀਂ ਦੇਖਦੇ ਮਾਲ ਫਾਰਮੇਸ਼ਨਸ ਹੈ ਕੋਈ ਬੱਚੇ ਦੇ ਹੈਡ ਵਿੱਚ ਬ੍ਰੇਨ ਵਿੱਚ ਬੱਚੇ ਦੇ ਸਪਾਈਨ ਵਿੱਚ ਜਿਹੜੀ ਮਾਲ ਫਾਰਮੇਸ਼ਨਸ ਹੁੰਦੀਆਂ ਜਿਵੇਂ ਐਨਨਸਫੈਲੀ ਹੋ ਗਿਆ ਸਪਾਈਨਾ ਬਾਈਫੀਡੀਆ ਹੋ ਗਿਆ ਹੈ ਨਾ ਇਹ ਜਿਹੜੀ ਕੰਪਲਿਕੇਸ਼ਨਸ ਹੈ ਇਹ ਨਹੀਂ ਆਉਂਦੀਆਂ ਇਹ ਨਹੀਂ ਆਉਂਦੀਆਂ ਜੀ। ਫੋਲਿਕ ਐਸਿਡ ਤੇ ਕਿਹੜੀ ਉਮਰ ਤੋਂ ਫੋਲਿਕ ਐਸਿਡ ਜਿਹੜਾ ਹੈ ਸ਼ੁਰੂ ਕਰ ਦਿੱਤਾ ਜਾਂਦਾ ਹੈ? ਫੋਲਿਕ ਐਸਿਡ ਆਪ ਬਿਫੋਰ ਪ੍ਰੈਗਨੈਂਸੀ ਤੁਸੀਂ ਸਟਾਰਟ ਕਰ ਦਿੰਦੇ ਹੈਗੇ ਜੀ। ਅੱਛਾ ਬਿਫੋਰ ਪ੍ਰੈਗਨੈਂਸੀ ਇਹ ਸ਼ੁਰੂ ਕਰਨਾ ਹੁੰਦਾ ਹਾਂਜੀ ਹਾਂਜੀ ਪ੍ਰੈਗਨੈਂਸੀ ਦੇ ਵਿੱਚ ਫਸਟ ਟ੍ਰਾਈਮੈਸਟਰ ਵਿੱਚ ਅਸੀਂ ਫੋਲਿਕ ਐਸਿਡ ਦੇਣਾ ਹੀ ਦੇਣਾ ਹੈਗਾ ਜੀ ਜੀ। ਤੇ ਹੋਰ ਕਿਹੜੀ ਮੈਡੀਸਿਨਸ ਹੈ ਉਹ ਜਿਹੜੀ ਪ੍ਰੈਗਨੈਂਸੀ ਦੇ ਵਿੱਚ ਤੁਸੀਂ ਰეკਮੈਂਡ ਕਰਦੇ ਹੋ ਤੇ ਕਿੰਨੇ ਟ੍ਰਾਈਮੈਸਟਰ ਦੇ ਵਿੱਚ ਡਿਵਾਈਡ ਕੀਤੀ ਜਾਂਦੀ ਹੈ ਪ੍ਰੈਗਨੈਂਸੀ ਨੂੰ ਆਪਾਂ 3 ਟ੍ਰਾਈਮੈਸਟਰ ਵਿੱਚ ਡਿਵਾਈਡ ਕਰਦੇ ਹਾਂ ਕਿ ਜਿਹੜਾ ਫਸਟ ਟ੍ਰਾਈਮੈਸਟਰ ਹੈਗਾ ਫਸਟ ਟੂ 3 ਮੰਥਸ ਤੱਕ ਉਹਦੇ ਵਿੱਚ ਆਪਾਂ ਫੋਲਿਕ ਐਸਿਡ ਦੇਣੀ ਹੈ। ਅਗਰ ਤੁਹਾਨੂੰ ਕੋਈ ਵੋਮਿਟਿੰਗ ਨੋਜ਼ੀਆ ਜਾਂ ਕੋਈ ਪ੍ਰੋਬਲਮ ਹੋਰ ਹੈਗੀ ਹੈ ਤੇ ਉਹਦੀ ਆਪਾਂ ਉਹਦੀ ਮੈਡੀਸਿਨ ਦੇਣੀ ਹੈ। ਅਗਰ ਕੋਈ ਪੇਨ ਹੈ ਜਾਂ ਆਪਣੀ ਕੋਈ ਪ੍ਰੀਵੀਅਸ ਹਿਸਟਰੀ ਹੈ ਅਬੋਰਸ਼ਨ ਸੀ ਜਾਂ ਆਪਾਂ ਨੂੰ ਬਲੀਡਿੰਗ ਦੀ ਕੋਈ ਪ੍ਰੋਬਲਮ ਹੈ ਉਹਦੇ ਵਿੱਚ ਆਪਾਂ ਫਿਰ ਗਰੋਥ ਦੇ ਇੰਜੈਕਸ਼ਨਸ ਵਗੈਰਾ ਲਗਾਈਦੇ ਹੈਗੇ ਆ। ਉਸ ਤੋਂ ਬਾਅਦ ਸੈਕਿੰਡ ਟੂ 3rd ਟੂ 6th ਜਿਹੜਾ ਮੰਥ ਹੈ ਉਹ ਸੈਕਿੰਡ ਟ੍ਰਾਈਮੈਸਟਰ ਆ ਗਿਆ ਉਹਦੇ ਵਿੱਚ ਆਪਾਂ ਆਇਰਨ ਤੇ ਕੈਲਸ਼ੀਅਮ ਸਟਾਰਟ ਕਰ ਦਿੰਦੇ ਔਰ ਲਾਸਟ ਜਿਹੜਾ ਹੈਗਾ ਉਹਦੇ ਵਿੱਚ ਉਹੀ ਕੰਟੀਨਿਊ ਹੋਏਗਾ 7 ਟੂ 9 ਮੰਥ 7 ਟੂ 9 ਮੰਥ। ਤੇ ਡਾਕਟਰ ਰੀਨਾ ਅਕਸਰ ਇਹ ਜਿੱਦਾਂ ਲੇਡੀਜ਼ ਨੂੰ ਅਸੀਂ ਕਹਿੰਦੇ ਸੁਣਿਆ ਹੈ ਕਿ ਜਦੋਂ ਪ੍ਰੈਗਨੈਂਟ ਹੁੰਦੀਆਂ ਨੇ ਕਿ ਅਸੀਂ ਚਾਹੁੰਦੇ ਹਾਂ ਕਿ ਸਾਡੀ ਡਿਲੀਵਰੀ ਨਾਰਮਲ ਹੋਵੇ ਹੈ ਨਾ, ਇਹ ਇੱਛਾ ਜ਼ਾਹਿਰ ਕੀਤੀ ਜਾਂਦੀ ਹੈ ਕਿ ਨਾਰਮਲ ਡਿਲੀਵਰੀ ਅਸੀਂ ਕਰਾਣੀ ਹੈ। ਤੇ ਕੀ ਇਹ ਆਪਣੇ ਹੱਥ ਦੇ ਵਿੱਚ ਹੁੰਦਾ ਹੈ ਕਿ ਇਹਦੇ ਲਈ ਅਸੀਂ ਕੋਈ ਪਰਸਨਲ ਐਫਰਟਸ ਕਰ ਸਕਦੇ ਹਾਂ? ਇਹਦੇ ਵਿੱਚ ਪਰਸਨਲ ਐਫਰਟਸ ਤੁਸੀਂ ਇਹ ਕਰ ਸਕਦੇ ਹੋ ਅਗਰ ਤੁਹਾਨੂੰ ਕੋਈ ਕੰਪਲਿਕੇਸ਼ਨ ਨਹੀਂ ਹੈ ਤੁਸੀਂ ਐਕਟਿਵ ਰਹਿਣਾ ਥਰੂ ਆਊਟ ਦਾ ਪ੍ਰੈਗਨੈਂਸੀ। ਅਗਰ ਅਸੀਂ ਪ੍ਰੈਗਨੈਂਟ ਹੋ ਗਏ ਤੇ ਉਹਦੇ ਵਿੱਚ ਇਹ ਨਹੀਂ ਹੈ ਕਿ ਤੁਸੀਂ ਸਾਰਾ ਦਿਨ ਆਰਾਮ ਹੀ ਕਰਨਾ ਕੋਈ ਕੰਮ ਨਹੀਂ ਕਰਨਾ ਚੱਲਣਾ ਫਿਰਨਾ ਨਹੀਂ ਹੈ। ਅਗਰ ਤੁਹਾਨੂੰ ਕੋਈ ਕੰਪਲਿਕੇਸ਼ਨ ਨਹੀਂ ਹੈ ਤੁਸੀਂ ਰੂਟੀਨ ਵਰਕ ਆਪਣਾ ਜੋ ਕਰ ਰਹੇ ਹੋ ਤੁਸੀਂ ਕਰੋ, ਥੋੜੀ ਬਹੁਤ ਸੈਰ ਕਰੋ, ਆਪਣਾ ਮੈਡੀਟੇਸ਼ਨ ਕਰ ਸਕਦੇ ਹੋ, ਹਲਕਾ ਫੁਲਕਾ ਯੋਗਾ ਕਰ ਸਕਦੇ ਹੋ ਜਿੰਨਾ ਤੁਹਾਡੀ ਬੋਡੀ ਮੂਵਮੈਂਟ ਹੁੰਦੀ ਰਹੇ। ਔਰ ਜਦੋਂ ਤੁਹਾਡਾ 9th ਮੰਥ ਸਟਾਰਟ ਹੁੰਦਾ ਉਦੋਂ ਤੁਸੀਂ ਆਪਣਾ ਕੰਮ ਜ਼ਿਆਦਾ ਕਰੋ ਤਾਂ ਕਿ ਤੁਹਾਡੀ ਜਿਹੜੀ ਡਿਲੀਵਰੀ ਔਰ ਨਾਰਮਲ ਹੋਣ ਦੇ ਚਾਂਸਸ ਹੋਣ ਜੀ। ਤੇ ਜੇ ਗੱਲ ਕਰੀਏ ਸੀ ਸੈਕਸ਼ਨ ਦੀ है ना, तो इदा मतलब लेडीज़ वालों सोच है कि जे सिजेरियन साडा होया तो साडे रिकवरी नूं टाइम लगेगा, असीं किन्ने दिन चल नहीं पावांगे या ब्लड लॉस साडा बहुत हो जाएगा, बहुत सारियां गल्लां मन दे विच हुंदियां ने जी। अजकल इस तरह दा कुछ नहीं है। अजकल जिहड़ा सी सैक्शन भी हुंदा बहुत छोटा जिहा कट देईदा और डिस्पोजेबल स्टिचेस लग जांदे आ जिन्हों कोई रिमूव भी नहीं करना पैंदा ते इहदे विच कोई ज़्यादा कंप्लिकेशनस नहीं है। अगर सी सैक्शन भी हुंदा घबराउण दी जरूरत नहीं है, कोई बहुत ज़्यादा ब्लड लॉस इहदे विच नहीं हुंदा और नॉर्मल तुसी 24 घंटे बाद चलना फिरना शुरू कर सकते हो। अच्छा मतलब सी सैक्शन तो बाद 24 घंटे के बाद? हाँ जी 24 घंटे बाद पेशेंट अपना चलना फिरना शुरू कर सकता है जी। ते डाइट दी गल करिए ते नॉर्मल डिलीवरी दी डाइट ते सी सैक्शन तो बाद जिहड़ी डाइट है उहदे विच कोई फर्क हुंदा है? ਜਿਹੜੀ ਨਾਰਮਲ ਡਿਲੀਵਰੀ ਆ ਉਹਦੇ ਵਿੱਚ ਤੁਸੀਂ ਆਫਟਰ ਡਿਲੀਵਰੀ ਕਿਉਂਕਿ ਤੁਹਾਡਾ ਕੋਈ ਆਪਰੇਸ਼ਨ ਨਹੀਂ ਹੈ ਤੁਸੀਂ ਜੋ ਮਰਜ਼ੀ ਖਾ ਪੀ ਸਕਦੇ ਹੋ ਹੈ ਨਾ, ਪਰ ਉਹ ਤੁਹਾਡੇ ਉਹਦੇ ਵਿੱਚ ਇਸ ਚੀਜ਼ ਦਾ ਧਿਆਨ ਰੱਖਣਾ ਤੁਹਾਨੂੰ ਕਨਸਟੀਪੇਸ਼ਨ ਨਹੀਂ ਹੋਣੀ ਚਾਹੀਦੀ। ਅਗਰ ਨਾਰਮਲ ਡਿਲੀਵਰੀ ਵੀ ਹੈ ਫਸਟ ਡਿਲੀਵਰੀ ਤੁਹਾਡੇ ਨੀਚੇ ਸਟਿਚਸ ਲੱਗਦੇ ਆ, ਅਗਰ ਸੈਕਿੰਡ ਥਰਡ ਗ੍ਰੈਵਿਟੀ ਤਾਂ ਤੁਹਾਨੂੰ ਕੋਈ ਸਟਿਚ ਨਹੀਂ ਲੱਗਾ, ਅਗਰ ਕੋਈ ਵੀ ਸਟਿਚ ਨਹੀਂ ਲੱਗਾ ਫਿਰ ਤੁਹਾਨੂੰ ਕੋਈ ਪ੍ਰੋਬਲਮ ਨਹੀਂ, ਤੁਸੀਂ ਜੋ ਮਰਜ਼ੀ ਖਾਓ ਪੀਓ। ਅਗਰ ਤੁਹਾਡੇ ਨੀਚੇ ਸਟਿਚਸ ਲੱਗੇ ਆ, ਅਗਰ ਤੁਹਾਨੂੰ ਕਨਸਟੀਪੇਸ਼ਨ ਹੋ ਜਾਂਦੀ ਹੈ ਤੁਹਾਡਾ ਜ਼ੋਰ ਲੱਗਦਾ ਤਾਂ ਥੱਲੇ ਜਿਹੜੇ ਨੀਚੇ ਸਟਿਚ ਲੱਗੇ ਆ ਉਹਦਾ ਟੁੱਟਣ ਦਾ ਡਰ ਹੋ ਸਕਦਾ, ਖਤਰਾ ਹੋ ਸਕਦਾ
ਸਕਦਾ ਹੈ। ਤੇ ਇਸ ਕਰਕੇ ਆਪਾਂ ਉਹਦੇ ਵਿੱਚ ਉਹ ਡਾਈਟ ਦੇਣੀ ਹੈ ਤਾਂ ਕਿ ਇਹਨੂੰ ਕਨਸਟੀਪੇਸ਼ਨ ਨਾ ਹੋਵੇ। ਔਰ ਜਿਹੜਾ ਸੀ ਸੈਕਸ਼ਨ ਹੈ ਉਹਦੇ ਵਿੱਚ ਆਪਾਂ ਜਿਹੜੇ ਜਦ ਤੱਕ ਪੇਸ਼ੈਂਟ ਨੂੰ ਟਾਇਲਟ ਨਹੀਂ ਆਏਗੀ ਤਦ ਤੱਕ ਆਪਾਂ ਉਹਨੂੰ ਹਲਕਾ ਲਾਈਟ ਫੂਡ ਦੇਣਾ ਹੈਗਾ, ਖਿਚੜੀ ਦਲੀਆ ਤੁਸੀਂ ਇਹ ਸਭ ਕੁਝ ਦੇ ਸਕਦੇ ਹੋ। ਇੱਕ ਵਾਰ ਪੇਸ਼ੈਂਟ ਜਦ ਟਾਇਲਟ ਕਰ ਲੈਂਦਾ ਆਫਟਰ ਸਿਜ਼ੇਰੀਅਨ ਉਸ ਤੋਂ ਬਾਅਦ ਤੁਸੀਂ ਉਹਨੂੰ ਨਾਰਮਲ ਡਾਈਟ ਤੇ ਲੈ ਕੇ ਆ ਸਕਦੇ ਹੋ। ਨਾਰਮਲ ਡਾਈਟ ਤੋਂ ਉਸ ਤੋਂ ਬਾਅਦ ਲਿਆਂਦਾ ਉਹਦੇ ਵਿੱਚ ਵੀ ਇਸ ਚੀਜ਼ ਦਾ ਧਿਆਨ ਰੱਖਣਾ ਕਨਸਟੀਪੇਸ਼ਨ ਨਹੀਂ ਹੋਣੀ ਚਾਹੀਦੀ। ਪੇਸ਼ੈਂਟ ਜਿਹੜਾ ਜਦੋਂ ਵੀ ਟਾਇਲਟ ਜਾਣਾ ਉਹਦੇ ਵਿੱਚ ਉਹਦਾ ਜ਼ੋਰ ਨਹੀਂ ਲੱਗਣਾ ਚਾਹੀਦਾ ਤਾਂ ਕਿ ਜਿਹੜੇ ਸਟਿਚਸ ਆ ਖਰਾਬ ਨਾ ਹੋਣ। ਜੀ ਮਤਲਬ ਬਹੁਤ ਧਿਆਨ, ਕਿਉਂਕਿ ਅਕਸਰ ਇਹ ਵੀ ਦੇਖਿਆ ਗਿਆ ਨਾ ਕਿ ਜਦੋਂ ਮੌਸਮ ਦੇ ਕਾਰਨ ਬਰਸਾਤ ਦਾ ਮੌਸਮ ਹੁੰਦਾ ਜੇ ਸੀ ਸੈਕਸ਼ਨ ਉਸ ਵੇਲੇ ਹੋਏ ਤੇ ਕਈ ਔਰਤਾਂ ਜਿਹਦਾ ਸ਼ਿਕਾਇਤ ਕਰਦੀਆਂ ਕਿ ਟਾਂਗੇ ਪੱਕ ਜਾਂਦੇ ਨੇ। ਅਗਰ ਤੁਸੀਂ ਪ੍ਰੋਪਰ ਹਾਈਜੀਨ ਨਹੀਂ ਰੱਖ ਰਹੇ ਹੋ ਕਿ ਤੁਸੀਂ ਕਈ ਵਾਰ ਦੇਖੋਗੇ ਕਿ ਤੁਹਾਡਾ ਡਿਲੀਵਰੀ ਹੋਈ ਹੈ ਨਾ, ਕਈ ਲੋਕ 10-10 ਦਿਨ ਪੇਸ਼ੈਂਟ ਨੂੰ ਜਾ ਕੇ ਨਵਾਉਂਦੇ ਹੀ ਨਹੀਂ ਹੈ ਨਾ। ਅਗਰ ਤੁਹਾਡਾ ਸੀ ਸੈਕਸ਼ਨ ਵੀ ਹੋਇਆ ਤੁਸੀਂ ਪੇਸ਼ੈਂਟ ਨੂੰ ਚੇਅਰ ਤੇ ਬਿਠਾ ਕੇ ਉਹਦੀਆਂ ਲੱਤਾਂ, ਉਹਦੀ ਪਿੱਠ, ਉਹਦੀ ਬਾਹਾਂ, ਉਹਦਾ ਸਿਰ ਤੁਸੀਂ ਧਵਾ ਸਕਦੇ ਹੋ ਔਰ ਜਿਹੜਾ ਫਰੰਟ ਹੈ ਤੁਸੀਂ ਸਪੰਜ ਕਰ ਸਕਦੇ ਹੋ, ਹੈ ਨਾ। ਆਪਣੀ ਹਾਈਜੀਨ ਨੂੰ ਪ੍ਰੋਪਰ ਧਿਆਨ ਰੱਖਣਾ ਹੈ ਔਰ ਬਰਸਾਤੀ ਮੌਸਮ ਵਿੱਚ ਖਾਸ ਕਰਕੇ ਸਟਿਚਿਸ ਦਾ ਧਿਆਨ ਰੱਖਣਾ ਹੈ। ਅਗਰ ਥੋੜੀ ਬਹੁਤ ਵੀ ਤੁਹਾਨੂੰ ਕੋਈ ਆਪਣੀ ਡਰੈਸਿੰਗ ਤੁਸੀਂ ਪ੍ਰੋਪਰ ਟਾਈਮ ਤੇ ਕਰਨੀ ਹੈ, ਅਗਰ ਤੁਹਾਨੂੰ ਲੱਗਦਾ ਹੈ ਕਿ ਕਿਤੇ ਥੋੜਾ ਬਹੁਤ ਮੁਸ਼ਕਿਲ ਆ ਰਹੀ ਹੈ, ਪਸ ਬਣ ਰਹੀ ਹੈ, ਤੁਸੀਂ ਉਸੇ ਟਾਈਮ ਡਾਕਟਰ ਨੂੰ ਜਾ ਕੇ ਆਪਣੀ ਸਟਿਚਿਸ ਦਿਖਾਓ। ਜੀ ਤੇ ਜਿਸ ਅੱਜ ਕੱਲ ਦਾ ਟਾਈਮ ਚੱਲ ਰਿਹਾ ਕਰੋਨਾ ਦੀ ਅਸੀਂ ਗੱਲ ਕਰੀਏ ਹੈ ਨਾ, ਕਰੋਨਾ ਦੇ ਇਸ ਕਾਲ ਦੇ ਵਿੱਚ ਤਾਂ ਹੋਰ ਵੀ ਜ਼ਿਆਦਾ ਸਾਵਧਾਨੀ ਦੀ ਲੋੜ ਹੈ। ਅਸੀਂ ਉਦਾਂ ਦੇਖਦੇ ਹਾਂ ਕਿ ਡਿਲੀਵਰੀ ਹੁੰਦੀ ਹੈ, ਘਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੋ ਜਾਂਦਾ ਹੈ, ਉਸੇ ਵੇਲੇ ਹਸਪੀਟਲ ਦੇ ਵਿੱਚ ਜਿਹੜੀਆਂ ਵਧਾਈਆਂ ਸ਼ੁਰੂ ਹੋ ਜਾਂਦੀਆਂ, ਰਿਸ਼ਤੇਦਾਰਾਂ ਦਾ ਆਣਾ, ਮਿਠਾਈ ਦਾ ਆਣਾ, ਕੇਕ ਪੇਸਟਰੀਜ਼ ਦਾ ਆਣਾ ਸ਼ੁਰੂ ਹੋ ਜਾਂਦਾ ਹੈ। ਤੇ ਇਸ ਮਾਹੌਲ ਦੇ ਵਿੱਚ ਤੁਸੀਂ ਦਰਸ਼ਕਾਂ ਨੂੰ ਜਿਹੜੇ ਫੀਮੇਲ ਸਾਡੇ ਮੈਂਬਰਸ ਨੇ ਖਾਸ ਤੌਰ ਤੇ ਕੀ ਸੁਝਾਅ ਦਿਓਗੇ? ਇਹਦੇ ਵਿੱਚ ਅਸੀਂ ਇਹੀ ਸੁਝਾਅ ਦੇਣਾ ਚਾਹਾਂਗੇ ਕਿ ਅਗਰ ਡਿਲੀਵਰੀ ਹੁੰਦੀ ਹੈ, ਜਿਸ ਟਾਈਮ ਵੀ ਡਿਲੀਵਰੀ ਹੁੰਦੀ ਹੈ, ਤੁਸੀਂ ਸਾਰੇ ਰਿਸ਼ਤੇਦਾਰਾਂ ਦਾ ਇਕੱਠ ਨਾ ਪਾਓ, ਈਵਨ ਘਰ ਵਿੱਚ ਔਰ ਹਸਪੀਟਲ ਵਿੱਚ, ਦੋਨੋਂ ਪਾਸੇ। ਕਿਉਂਕਿ ਔਰ ਤੁਸੀਂ ਜਿਸ ਕਮਰੇ ਵਿੱਚ ਪੇਸ਼ੈਂਟ ਬੈਠਾ ਹੈਗਾ ਉਸ ਕਮਰੇ 'ਚ ਅਵੋਇਡ ਕਰਨਾ, ਉਸ ਕਮਰੇ 'ਚ ਇੱਕ ਤੋਂ ਵੱਧ ਜਾਣਾ, ਅੰਦਰ ਨਹੀਂ ਜਾਣਾ ਚਾਹੀਦਾ, ਹੈ ਨਾ। ਔਰ ਅੱਜ ਕੱਲ੍ਹ ਕੋਰੋਨਾ ਦਾ ਟਾਈਮ ਹੈ, ਤੁਹਾਨੂੰ ਕੁਝ ਨਹੀਂ ਪਤਾ ਕਿ ਕਿਸ ਨੇ ਆ ਕੇ ਤੁਹਾਨੂੰ ਆ ਕੇ ਇਨਫੈਕਸ਼ਨ ਦੇ ਜਾਣੀ ਹੈ। ਔਰ ਤੁਹਾਡਾ ਜਿਹੜਾ ਬੱਚਾ ਹੈ ਉਹ ਤਾਂ ਹਾਲੇ ਜਸਟ 1-2 ਦਿਨ ਦਾ ਹੈ ਔਰ ਉਹਨੇ ਬਹੁਤ ਜਲਦੀ ਇਨਫੈਕਸ਼ਨ ਨੂੰ ਪਕੜਨਾ ਹੈਗਾ। ਤੇ ਇਸ ਕਰਕੇ ਮਾਂ ਔਰ ਬੱਚੇ ਦੋਨੋਂ ਤੁਸੀਂ ਅਲੱਗ ਰੱਖੋ। ਜਿਹੜਾ ਵੀ ਮਿਲਣ ਆ ਰਿਹਾ ਉਹਨਾਂ ਨੂੰ ਬਾਰੋ-ਬਾਰ ਮਿਲ ਕੇ ਬਾਰੋ-ਬਾਰ ਹੀ ਭੇਜ ਦਿਓ। ਔਰ ਇਹਦੇ ਵਿੱਚ ਜਿਹੜਾ ਫੂਡ ਹੈ ਉਹਦਾ ਜ਼ਿਆਦਾ ਧਿਆਨ ਰੱਖਣਾ ਹੈ। ਤੁਸੀਂ ਘਰ ਦਾ ਬਣਿਆ ਹੀ ਖਾਣਾ ਦੇਣਾ ਹੈ ਪੇਸ਼ੈਂਟ ਨੂੰ, ਬਾਹਰ ਦੀ ਕੋਈ ਚੀਜ਼ ਨਹੀਂ ਦੇਣੀ ਹੈਗੀ ਤਾਂ ਕਿ ਆਪਣੀ ਜਿਹੜਾ ਹੈਗਾ ਪੇਸ਼ੈਂਟ ਨੂੰ ਕੋਈ ਕੰਪਲਿਕੇਸ਼ਨ ਜਾਂ ਕੋਈ ਮੁਸ਼ਕਿਲ ਨਾ ਆਵੇ। ਜੀ ਇਸ ਗੱਲ ਦਾ ਪੂਰਾ ਧਿਆਨ ਰੱਖਣਾ ਕਿਉਂਕਿ ਜੱਚਾ ਔਰ ਬੱਚਾ ਦੋਨੋਂ ਦੀ ਜਿਹੜੀ ਕੇਅਰ ਹੈ ਉਹ ਬਹੁਤ ਜ਼ਰੂਰੀ ਹੋ ਜਾਂਦੀ ਹੈ। ਜੀ ਇਹ ਵੀ ਦੇਖਣ ਦੇ ਵਿੱਚ ਆਇਆ ਹੈ ਕਿ ਡਿਲੀਵਰੀ ਤੋਂ ਬਾਅਦ ਜਿਸ ਘਰ ਵੱਲੋਂ ਇੱਕ ਸਾਡਾ ਰਿਵਾਜ ਹੀ ਸਮਝ ਲਓ ਬਣਿਆ ਹੈ ਕਿ ਹੈਵੀ ਘਿਓ ਵਗੈਰਾ ਦਿੱਤਾ ਜਾਂਦਾ ਹੈ, ਪੰਜੀਰੀ ਦਿੱਤੀ ਜਾਂਦੀ ਹੈ, ਘਿਓ ਦਿੱਤਾ ਜਾਂਦਾ ਹੈ। ਤੁਸੀਂ ਐਜ਼ ਅ ਡਾਕਟਰ ਕੀ ਦਰਸ਼ਕਾਂ ਨੂੰ ਸਲਾਹ ਦਵੋਗੇ ਕਿ ਇਹ ਖਾਣਾ ਠੀਕ ਹੈ? ਅਗਰ ਪੇਸ਼ੈਂਟ ਨੂੰ ਡਿਊਰਿੰਗ ਡਿਲੀਵਰੀ ਕੋਈ ਬੀਪੀ ਦੀ ਪ੍ਰੋਬਲਮ ਹੈ, ਕੋਈ ਸ਼ੂਗਰ ਦੀ ਪ੍ਰੋਬਲਮ ਸੀਗੀ, ਫਿਰ ਤਾਂ ਤੁਸੀਂ ਜ਼ਿਆਦਾ ਘਿਓ ਵਗੈਰਾ ਅਵੋਇਡ ਕਰਨਾ ਹੈ ਨਾ। ਅਗਰ ਸਾਰਾ ਕੁਝ ਤੁਹਾਨੂੰ ਕੋਈ ਕੰਪਲਿਕੇਸ਼ਨ ਨਹੀਂ, ਕੋਈ ਬੀਪੀ ਦੀ ਪ੍ਰੋਬਲਮ ਨਹੀਂ ਸੀ, ਕੋਈ ਕੁਝ ਮਤਲਬ ਸ਼ੂਗਰ ਦੀ ਪ੍ਰੋਬਲਮ ਨਹੀਂ ਸੀ, ਉੱਦਾਂ ਤੁਹਾਡੀ ਸਮੂਥ ਤੁਹਾਡੀ ਡਿਲੀਵਰੀ ਜਾ ਰਹੀ ਹੈ, ਨਾਰਮਲ ਡਿਲੀਵਰੀ ਹੋ ਗਈ ਹੈ, ਤੁਸੀਂ ਫਿਰ ਥੋੜਾ ਬਹੁਤ ਘਿਓ ਔਰ ਸਭ ਕੁਝ ਲੈ ਸਕਦੇ ਹੋ। ਜਿਸ ਤਰ੍ਹਾਂ ਰੈਸਟ ਦਾ ਇੱਕ ਟਾਈਮ ਪੀਰੀਅਡ ਵੀ ਅਸੀਂ ਰੱਖਿਆ ਹੋਇਆ ਹੈ ਕਿ ਸਵਾ ਮਹੀਨਾ 40 ਦਿਨ ਜਿਹੜਾ ਹੈ ਉਹ ਰੈਸਟ ਦੇਣੀ, ਉਸ ਤੋਂ ਬਾਅਦ ਬੈਕ ਟੂ ਨਾਰਮਲ ਕਿੱਦਾਂ ਮਤਲਬ ਆਇਆ ਜਾਵੇ ਕਿ ਨਾਰਮਲ ਜਿਹੜੀ ਰੂਟੀਨ ਸੀ ਉਹ ਪਹਿਲੇ ਵਾਂਗ ਸ਼ੁਰੂ ਹੋ ਜਾਵੇ? ਜਿਹੜਾ ਸਵਾ ਮਹੀਨਾ ਰੈਸਟ ਦਾ ਇਹਨਾਂ ਨੇ ਬਣਾਇਆ ਸੀ ਉਹਦੇ ਵਿੱਚ ਇੱਕ ਲੌਜਿਕ ਸੀਗਾ ਤਾਂ ਕਿ ਉਸ ਟਾਈਮ ਤੇ ਸਵਾ ਮਹੀਨੇ ਤੁਸੀਂ ਇਹ ਵੀ ਦੇਖਿਆ ਹੋਗਾ ਉਹ ਲੋਕਾਂ ਨੂੰ ਮਨਾ ਕਰਦੇ ਕਿ ਤੁਸੀਂ ਮਿਲਣ ਨਹੀਂ ਆਣਾ, ਤਾਂ ਕਿ ਉਹ ਉਸਦਾ ਮਤਲਬ ਸੀ ਕਿ ਉਹ ਸਵਾ ਮਹੀਨਾ ਜਿਹੜੀ ਲੇਡੀ ਹੈ ਉਹਦੀ ਹਾਈਜੀਨ ਦਾ, ਉਹਦੀ ਫੂਡ ਦਾ, ਉਹਦੀ ਡਾਈਟ ਦਾ, ਉਹਨੂੰ ਰੈਸਟ ਪ੍ਰੋਪਰ ਮਿਲੇ। ਇਸ ਕਰਕੇ ਉਹਨਾਂ ਨੇ ਸਵਾ ਮਹੀਨਾ ਛਿੱਲੇ ਦਾ ਬਣਾਇਆ ਸੀਗਾ, ਜਿਹੜਾ ਇੱਕ ਲੌਜਿਕ ਉਹਦਾ ਰੀਜ਼ਨ ਹੈਗਾ, ਹੈ ਨਾ। ਔਰ ਅੱਜ ਕੱਲ੍ਹ ਤਾਂ ਵੈਸੇ ਹੀ ਕਰੋਨਾ ਦਾ ਟਾਈਮ ਹੈ, ਤੁਸੀਂ ਜ਼ਿਆਦਾ ਗੈਦਰਿੰਗ ਕਰ ਹੀ ਨਹੀਂ ਸਕਦੇ, ਤੁਸੀਂ ਆਪਣੇ ਘਰ ਕਿਸੇ ਨੂੰ ਬੁਲਾਣਾ ਅਵੋਇਡ ਕਰੋ। ਉਹਨਾਂ ਕੋਲ ਫੋਨ ਤੇ ਹੀ ਵਧਾਈ ਦੇ ਦਿਓ, ਜਿਹੜੀ ਤੁਸੀਂ ਵਧਾਈ ਦੇਣੀ ਹੈ, ਘਰ ਆਉਣ ਦੀ ਕੋਸ਼ਿਸ਼ ਨਾ ਕਰੋ ਤਾਂ ਕਿ ਜੱਚਾ ਔਰ ਬੱਚਾ ਦੋਨੋਂ ਸੇਫ ਰਹਿਣ। ਜੀ ਬਹੁਤ ਜ਼ਰੂਰੀ ਹੈ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ। ਤੇ ਹੁਣ ਗੱਲ ਇਹ ਕਰੀਏ ਕਿ ਪ੍ਰੈਗਨੈਂਸੀ ਲੇਡੀ, ਹੁਣ ਡਿਲੀਵਰੀ ਦੀ ਵੀ ਅਸੀਂ ਗੱਲ ਕੀਤੀ ਤੇ ਡਿਲੀਵਰੀ ਤੋਂ ਬਾਅਦ ਦੀ ਜੇ ਗੱਲ ਕਰੀਏ ਹੈ ਨਾ, ਜਿਸ ਤਰ੍ਹਾਂ ਹੁਣ ਅਸੀਂ ਘਿਓ ਤੇ ਪੰਜੀਰੀ ਦੀ ਗੱਲ ਕੀਤੀ, ਇਹਦੇ ਨਾਲ ਹੀ ਗੱਲ ਇਹ ਜੁੜਦੀ ਹੈ ਕਿ ਜਦੋਂ ਜ਼ਿਆਦਾ ਖਾਧਾ ਜਾਂਦਾ ਹੈ, ਨੈਚੁਰਲੀ ਅਸੀਂ ਜ਼ਿਆਦਾ ਘਿਓ ਵਗੈਰਾ ਖਾ ਰਹੇ ਹਾਂ, ਪ੍ਰੈਗਨੈਂਸੀ ਦੇ ਵਿੱਚ ਵੀ ਅਸੀਂ ਬਹੁਤ ਵਧੀਆ ਰਿਚ ਡਾਈਟ ਲਿੱਤੀ ਹੈ ਤੇ ਬਾਅਦ ਦੇ ਵਿੱਚ ਮੋਟਾਪੇ ਦੀ ਸਮੱਸਿਆ ਆ ਜਾਂਦੀ ਹੈ ਤੇ ਬਹੁਤ ਸਾਰੀ ਔਰਤਾਂ ਨੂੰ ਇਹ ਸਮੱਸਿਆ ਆਉਂਦੀ ਹੈ। ਤੇ ਉਸ ਵੇਲੇ ਕੀ ਕਰਨਾ ਚਾਹੀਦਾ, ਕਿੱਦਾਂ ਇਸ ਸਰੀਰ ਨੂੰ ਪਹਿਲੇ ਵਾਂਗ ਲੈ ਕੇ ਆਈ?
ਕਿਉਂਕਿ ਦੇਖੋ ਡਿਊਰਿੰਗ ਡਿਲੀਵਰੀ ਤੁਹਾਡਾ ਜਿਹੜਾ weight ਵਧਣਾ ਹੀ ਵਧਣਾ ਹੈ ਨਾ 12-14 ਕਿਲੋ ਤੁਹਾਡਾ weight ਵੱਧ ਜਾਂਦਾ ਹੈਗਾ ਪਰ ਜਦੋਂ ਤੁਹਾਡੀ ਡਿਲੀਵਰੀ ਹੁੰਦੀ ਹੈ ਉਸ ਟਾਈਮ ਬੇਬੀ ਆਊਟ ਹੋਇਆ ਪਲੇਸੈਂਟਾ ਆਊਟ ਹੋਇਆ ਬਲੀਡਿੰਗ ਤੁਹਾਨੂੰ 1.5 ਮਹੀਨਾ ਚੱਲ ਰਹੀ ਹੈ 6-7 ਕਿਲੋ ਤੁਹਾਡਾ weight ਘਟ ਗਿਆ ਉਸ ਤੋਂ ਬਾਅਦ ਤੁਸੀਂ ਜਿਹੜਾ 1.5 ਮਹੀਨਾ ਵੀ ਤੁਸੀਂ ਜਦ ਤੁਸੀਂ ਸਟਿਚਸ ਤੁਹਾਡੇ ਠੀਕ ਹੋ ਗਏ ਹੈ ਨਾ ਅਗਰ ਸੀਜ਼ਰ ਹੈ ਤਾਂ ਵੀ ਤੁਹਾਡੇ ਤੁਸੀਂ ਨਾਰਮਲ ਵਾਕ ਆਪਣੀ ਸ਼ੁਰੂ ਕਰ ਦਿਓ ਕੁਝ ਵੀ ਤੁਸੀਂ ਖਾਣਾ ਖਾਦਾ ਹੈਗਾ ਜਾਂ ਕੋਈ ਡਾਈਟ ਲੈ ਰਹੇ ਹੋ ਉਸ ਤੋਂ ਬਾਅਦ ਸਵੇਰ ਸ਼ਾਮ 10 ਮਿੰਟ ਘਰ ਦੇ ਵਿੱਚ ਹੀ ਕਮਰੇ ਵਿੱਚ ਹੀ ਤੁਸੀਂ ਹਲਕਾ ਫੁਲਕਾ ਚੱਲਣਾ ਫਿਰਨਾ ਸ਼ੁਰੂ ਕਰ ਸਕਦੇ ਹੋ ਹੈ ਨਾ ਉਸ ਤੋਂ ਬਾਅਦ ਜਦ ਤੁਹਾਡਾ 3 ਮੰਥਸ ਕੰਪਲੀਟ ਹੋ ਜਾਂਦੇ ਹੈਗੇ ਆ ਸਿਜ਼ੇਰੀਅਨ ਦੇ ਉਸ ਤੋਂ ਬਾਅਦ ਤੁਸੀਂ ਯੋਗਾ ਥੋੜਾ ਬਹੁਤ ਆਪਣੀ ਹਲਕੀ ਫੁਲਕੀ ਐਕਸਰਸਾਈਜ਼ ਤੁਸੀਂ ਕਰ ਸਕਦੇ ਹੋ ਜੀ ਉਸ ਤੋਂ ਬਾਅਦ ਬੈਕ ਟੂ ਨਾਰਮਲ ਔਰ ਆਪਣੀ ਡਾਈਟ ਤੁਸੀਂ ਕੰਟਰੋਲ ਕਰੋ ਤਾਂ ਕਿ ਫਿਰ ਇੰਨਾ ਹੈਵੀ ਫੂਡ ਲੈਣ ਦੀ ਜ਼ਰੂਰਤ ਨਹੀਂ ਹੈ ਨਾਰਮਲ ਡਾਈਟ ਤੇ ਤੁਸੀਂ ਆਓ ਔਰ ਆਪਣੇ ਉਹਦੇ ਵਿੱਚ ਸ਼ੂਗਰ ਇਨਟੇਕ ਨੂੰ ਥੋੜਾ ਘੱਟ ਰੱਖੋ ਤਾਂ ਕਿ ਤੁਹਾਡਾ weight ਜਿਹੜਾ ਨਾਰਮਲ ਸਾਈਡ ਤੇ ਆਵੇ ਜੀ ਤੇ ਕਈ ਔਰਤਾਂ ਇਦਾਂ ਵੀ ਕਹਿੰਦੀਆਂ ਨੇ ਕਿ ਜੇ ਆਫਟਰ ਡਿਲੀਵਰੀ ਜਿਸ ਤੋਂ ਪਹਿਲੇ ਵੀ ਕਿਹਾ ਜਾਂਦਾ ਸੀ ਕਿ ਡਿਲੀਵਰੀ ਤੋਂ ਬਾਅਦ ਪਹਿਲੇ ਲੇਡੀਜ਼ ਇੱਕ ਕਪੜਾ ਬੰਨ ਲੈਂਦੀਆਂ ਸੀ ਹੈਨਾ ਤਾਂ ਕਿ ਪੇਟ ਬਾਹਰ ਨਾ ਆਏ ਤੇ ਅੱਜ ਕੱਲ ਬੈਲਟ ਦਾ ਇਸਤੇਮਾਲ ਜਿਹੜਾ ਉਹ ਕੀਤਾ ਜਾਂਦਾ ਕੀ ਇਹ ਸੇਫ ਹੈ ਬੈਲਟ ਜਿਹੜੀ ਹੈ ਸਪੋਰਟ ਦੇਣ ਵਾਸਤੇ ਜਿੱਦਾਂ ਤੁਹਾਡਾ ਸਿਜ਼ੇਰੀਅਨ ਹੋਇਆ ਹੈ ਨਾ ਤਾਂ ਉਹਦੇ ਵਿੱਚ ਆਪਾਂ ਪੇਸ਼ੈਂਟ ਨੂੰ ਕਹੀਦਾ ਤੁਸੀਂ ਬੈਲਟ ਬੰਨ ਕੇ ਰੱਖੋ ਥੋੜਾ ਇੱਕਦਮ ਤੁਸੀਂ ਉੱਠਦੇ ਹੋ ਕੋਈ ਝਟਕਾ ਨਾ ਲੱਗੇ ਸਟਿਚਸ ਤੇ ਜਾਂ ਤੁਹਾਨੂੰ ਤੁਸੀਂ ਟਾਇਲਟ ਜਾਣਾ ਕਿਤੇ ਵੀ ਜਾਣਾ ਹੈ ਨਾ ਤੁਹਾਨੂੰ ਉਹਦੀ ਇੱਕ ਸਪੋਰਟ ਤੁਸੀਂ ਚੱਲ ਫਿਰ ਰਹੇ ਹੋ ਤਾਂ ਤੁਹਾਨੂੰ ਸਪੋਰਟ ਰਹਿੰਦੀ ਹੈ ਉਹਦੀ ਬੈਲਟ ਦੀ ਇਸ ਕਰਕੇ ਬੈਲਟ ਬੰਨਣ ਦੀ ਕਹੀਦਾ ਇਸ ਲਈ ਬੈਲਟ ਬੰਨਣ ਲਈ ਉਹ ਕਿਹਾ ਜਾਂਦਾ ਹੈ ਹਾਂਜੀ ਇਸ ਦੇ ਨਾਲ ਹੀ ਗੱਲ ਹੈ ਕਿ ਬਹੁਤ ਜ਼ਿਆਦਾ ਇਸ ਵੇਲੇ ਜ਼ਰੂਰਤ ਹੁੰਦੀ ਹੈ ਕਿ ਜੱਚਾ ਤੇ ਬੱਚਾ ਦਾ ਧਿਆਨ ਰੱਖਿਆ ਜਾਵੇ ਤੇ ਘਰ ਦੇ ਸਾਰੇ ਬਿਜ਼ੀ ਹੋ ਜਾਂਦੇ ਨੇ ਬੱਚੇ ਦੇ ਵਿੱਚ ਹੈ ਨਾ ਨਵਾਂ ਜੀ ਪਰਿਵਾਰ ਦੇ ਵਿੱਚ ਆਇਆ ਖੁਸ਼ੀਆਂ ਦਾ ਮਾਹੌਲ ਹੈ ਤੇ ਮਾਂ ਜਿਹੜੀ ਉਸ ਵੇਲੇ ਆਪਣੇ ਆਪ ਨੂੰ ਕੱਲਾ ਮਹਿਸੂਸ ਕਰਦੀ ਹੈ ਤੇ ਬਹੁਤ ਦੇਖਣ ਦੇ ਵਿੱਚ ਆਇਆ ਕਿ ਡਿਲੀਵਰੀ ਤੋਂ ਬਾਅਦ ਲੇਡੀਜ਼ ਨੂੰ ਡਿਪਰੈਸ਼ਨ ਹੋ ਜਾਂਦਾ ਹਾਂਜੀ ਜੀ ਇਹਦੇ ਵਿੱਚ ਡਿਪਰੈਸ਼ਨ ਤਾਂ ਕਰਕੇ ਹੋ ਜਾਂਦਾ ਕਿ ਉਹਦੀ ਇੱਕ ਰੂਟੀਨ ਚੇਂਜ ਹੋ ਰਹੀ ਹੈ ਨਾ ਪਹਿਲੀ ਉਹਦੀ ਲਾਈਫ ਥੋੜੀ ਡਿਫਰੈਂਟ ਸੀ ਜੇ ਬੇਬੀ ਆਉਣ ਤੋਂ ਬਾਅਦ ਉਹ ਬੱਚੇ ਨੇ ਉਹਦਾ ਕੋਈ ਪਤਾ ਨਹੀਂ ਕਿਸ ਟਾਈਮ ਉਸਨੇ ਰੋਣ ਲੱਗ ਪੈਣਾ ਕਿਸ ਟਾਈਮ ਉਹਨੂੰ ਕੀ ਤਕਲੀਫ ਹੈ ਜਾਂ ਪੇਟ ਵਿੱਚ ਹਲਕੀ ਜਿਹੀ ਦਰਦ ਹੋਈ ਹੈ ਬੱਚੇ ਦੇ ਉਹਨੂੰ ਰੈਗੂਲਰ ਬੱਚੇ ਨੂੰ ਫੀਡ ਵੀ ਕਰਨਾ ਹੈਗਾ ਉਹਦੀ ਆਪਣੀ ਨੀਂਦ ਪੂਰੀ ਨਹੀਂ ਹੋ ਪਾਉਂਦੀ ਹੈ ਤਾਂ ਉਹਦੇ ਲਈ ਚਾਹੀਦਾ ਹੈਗਾ ਘਰਦਿਆਂ ਨੂੰ ਵੀ ਚਾਹੀਦਾ ਇੱਕ ਤਾਂ ਉਹਨੂੰ ਪੂਰੀ ਮੋਰਲ ਸਪੋਰਟ ਮਿਲੇ ਜਿਹੜੀ ਲੇਡੀ ਹੈ ਦੂਸਰਾ ਉਹਨੂੰ ਆਪਣੇ ਬੱਚੇ ਦੀ ਫੀਡ ਦਾ ਟਾਈਮ ਫਿਕਸ ਕਰਨਾ ਚਾਹੀਦਾ ਇਹ ਨਹੀਂ ਕਿ ਜਦੋਂ ਵੀ ਬੱਚਾ ਰੋਇਆ ਤਾਂ ਆਪਾਂ ਉਹਨੂੰ ਦੁੱਧ ਦੇਣਾ ਸ਼ੁਰੂ ਕਰ ਦਿੱਤਾ ਉਹਨੂੰ ਹਰ 2 ਘੰਟੇ ਬਾਅਦ ਜਦ ਤੁਸੀਂ ਬੱਚੇ ਨੂੰ ਆਦਤ ਪਾ ਦੋਗੇ ਫੀਡ ਦੇਣ ਦੀ ਤਾਂ ਬੱਚੇ ਨੂੰ ਉਹਨੂੰ ਪਤਾ ਮੈਨੂੰ ਹਰ 2 ਘੰਟੇ ਬਾਅਦ ਫੀਡ ਮਿਲਣੀ ਹੈ ਤਾਂ ਉਹਦੀ ਉਹੀ ਰੂਟੀਨ ਬਣ ਜਾਏਗੀ ਜਿਸ ਦੇ ਨਾਲ ਮਦਰ ਨੂੰ ਵੀ ਥੋੜਾ ਟਾਈਮ ਮਿਲੇਗਾ ਔਰ ਜਿਹੜੀ ਬੇਬੀ ਬੱਚਾ ਹੈਗਾ ਉਹਦਾ ਵੀ ਰੂਟੀਨ ਸੈੱਟ ਹੋ ਜਾਏਗਾ ਜੀ ਮਤਲਬ ਇਹ ਗੱਲਾਂ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਅਕਸਰ ਅਸੀਂ ਕੁਝ ਗੱਲਾਂ ਇਗਨੋਰ ਕਰ ਜਾਂਦੇ ਆ ਪਰ ਕੋਈ ਮਾਹਿਰ ਸਾਨੂੰ ਦੱਸਦਾ ਹੈ ਉਸ ਵੇਲੇ ਪਤਾ ਲੱਗਦਾ ਹੈ ਕਿ ਇਹ ਗੱਲਾਂ ਜ਼ਿੰਦਗੀ ਦੇ ਵਿੱਚ ਕਿੰਨੀਆਂ ਜ਼ਿਆਦਾ ਜ਼ਰੂਰੀ ਨੇ ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਡਿਲੀਵਰੀ ਤੋਂ ਬਾਅਦ ਹੋਰ ਵੀ ਬੜੀ ਵੀਕਨੈਸ ਦੀ ਸਮੱਸਿਆ ਬੜੀ ਆਉਂਦੀ ਹੈ ਨਾ ਚਾਹੇ ਨਾਰਮਲ ਡਿਲੀਵਰੀ ਦੀ ਗੱਲ ਕਰੀਏ ਚਾਹੇ ਅਸੀਂ ਸੀ ਸੈਕਸ਼ਨ ਦੀ ਗੱਲ ਕਰੀਏ ਉਸ ਤੋਂ ਬਾਅਦ ਬਹੁਤ ਕਮਜ਼ੋਰੀ ਮਹਿਸੂਸ ਹੁੰਦੀ ਹੈ ਹਾਂ ਕਿਉਂਕਿ ਦੇਖੋ ਤੁਹਾਡੇ ਅੰਦਰੋਂ ਬੇਬੀ ਆਊਟ ਹੋਇਆ ਬਲੀਡਿੰਗ ਤੁਹਾਨੂੰ 1.5 ਮਹੀਨਾ ਚੱਲ ਰਹੀ ਹੈਗੀ ਹੈ ਤਾਂ ਉਹਦੇ ਨਾਲ ਵੀਕਨੈਸ ਤੁਹਾਨੂੰ ਆਏਗੀ ਤਾਂ ਉਹਦੇ ਲਈ ਤੁਹਾਨੂੰ ਆਪਣੀ ਡਾਈਟ ਆਪਣੀ ਸਹੀ ਰੱਖਣੀ ਹੈ ਡਾਈਟ ਨੂੰ ਇੰਪਰੂਵ ਕਰਨਾ ਹੈ ਆਪਣਾ ਦੁੱਧ ਦਹੀਂ ਫਲ ਫਰੂਟ ਹਰੀ ਸਬਜ਼ੀਆਂ ਇਹਨਾਂ ਨੂੰ ਆਪਣੀ ਡਾਈਟ ਵਿੱਚ ਸ਼ਾਮਿਲ ਕਰਨਾ ਜੀ ਤੇ ਹੁਣ ਅਗਲੀ ਗੱਲ ਕਰਦੇ ਹਾਂ ਥਾਇਰਾਇਡ ਦੀ ਹੈ ਨਾ ਥਾਇਰਾਇਡ ਦੀ ਸਮੱਸਿਆ ਵੀ ਬਹੁਤ ਸਾਰੀ ਔਰਤਾਂ ਨੂੰ ਹੈਗੀ ਹੈ ਨਾ ਤੇ ਪਹਿਲੇ ਤਾਂ ਇਹੀ ਜਾਣਾਂਗੇ ਕਿ ਥਾਇਰਾਇਡ ਹੁੰਦਾ ਕਿੰਨੀ ਤਰ੍ਹਾਂ ਦਾ ਹੈ ਤੇ ਕਿਉਂ ਹੋ ਜਾਂਦਾ ਹੈ थायराइड देखो 2 तरह का हाइपरथायराइड भी हो सकता है और हाइपो भी हो सकता है ना हाइपर विच की होएगा जेड़ा पेशेंट दा एकदम तुसी सुनिया होना कई बार कई पेशेंट कहते मेरा एकदम ही वेट घटना शुरू हो गया या एकदम ही वेट ਵਧਣਾ शुरू हो गया है ना अगर हाइपो होएगा तो ਤੁਹਾਡੇ ਉਹਦੇ ਵਿੱਚ weight ਵਧਣਾ शुरू हो जाएगा अगर हाइपर होएगा तो ਉਹਦੇ ਵਿੱਚ weight ਘਟਣਾ शुरू हो जाएगा अगर एकदम weight ਘਟ ਰਿਹਾ ਜਾਂ एकदम weight ਵੱਧ ਰਿਹਾ ਤੁਸੀਂ ਆਪਣਾ ਥਾਇਰਾਇਡ ਦਾ ਟੈਸਟ ਕਰਾਓ ਉਹਦੇ ਵਿੱਚ ਤੁਹਾਡਾ ਆ ਜਾਏਗਾ ਤੁਹਾਡਾ ਕਿੰਨਾ ਥਾਇਰਾਇਡ ਹੈ ਨਾ ਫਿਰ ਅਗਰ ਉਹਦੇ ਵਿੱਚ ਘਟ ਵੱਧ ਆ ਰਿਹਾ ਉਸ ਦੇ ਅਕੋਰਡਿੰਗਲੀ ਤੁਹਾਡੀ ਇੱਕ ਮੈਡੀਸਿਨ ਸਟਾਰਟ ਕਰ ਦਿੱਤੀ ਜਾਂਦੀ ਹੈ ਜਿਹਦੇ ਨਾਲ ਤੁਹਾਡਾ ਜਿਹੜਾ ਥਾਇਰਾਇਡ ਹੈ ਉਹ ਨਾਰਮਲ ਆ ਜਾਏ ਈਵਨ ਕਈ ਥਾਇਰਾਇਡ ਦੇ ਕਰਕੇ ਪੇਸ਼ੈਂਟ ਕਨਸੀਵ ਵੀ ਨਹੀਂ ਕਰ ਰਿਹਾ ਜਾਂ ਪੀਰੀਅਡ ਪ੍ਰੋਬਲਮ ਵੀ ਇਹਦੇ ਕਰਕੇ ਹੋ ਜਾਂਦੀ ਹੈ ਇਸ ਕਰਕੇ ਥਾਇਰਾਇਡ ਨੂੰ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਆਪਣੀ ਗੱਲਬਾਤ ਇਸ ਤਰ੍ਹਾਂ ਕਰਦੇ ਰਵਾਂਗੇ ਪ੍ਰੋਗਰਾਮ ਜੀ ਆਰੋਗ ਜੀਵਨ ਚੱਲ ਰਿਹਾ ਹੈ ਲੈਣੇ ਇੱਕ ਛੋਟਾ ਜਿਹਾ ਬ੍ਰੇਕ Condola Travels. Book your flight tickets online. Fast and easy way to book your domestic and international flight tickets. Friendly customer support. Travel in budget and style. Condola Travels. Call 209-800-8808. Website www.condolatravels.com.
ਬ੍ਰੇਕ ਤੋਂ ਬਾਅਦ ਇੱਕ ਵਾਰੀ ਫੇਰ ਸਵਾਗਤ ਕਰਦੇ ਹਾਂ ਸਾਰੇ ਦਰਸ਼ਕਾਂ ਦਾ ਆਰੋਗ ਜੀਵਨ ਦੇ ਵਿੱਚ। ਲਗਾਤਾਰ ਗੱਲਬਾਤ ਕਰ ਰਹੇ ਹਾਂ ਡਾਕਟਰ ਰੀਨਾ ਮਲਹੋਤਰਾ ਸਟੂਡੀਓ ਦੇ ਵਿੱਚ ਮੇਰੇ ਨਾਲ ਨੇ ਤੇ ਅਗਲੀ ਗੱਲ ਇਹਨਾਂ ਨਾਲ ਕਰਦੇ ਹਾਂ ਸਰਵਾਈਕਲ ਕੈਂਸਰ ਬਾਰੇ ਜਾਣਕਾਰੀ ਇਹਨਾਂ ਕੋਲ ਲੈਣੇ ਆ ਕਿ ਅਸੀਂ ਦੇਖ ਰਹੇ ਹਾਂ ਕਿ ਸਰਵੇ ਕਹਿ ਰਿਹਾ ਕਿ ਸਰਵਾਈਕਲ ਕੈਂਸਰ ਜਿਹੜਾ ਉਹ ਲਗਾਤਾਰ ਵੱਧ ਰਿਹਾ। ਹਾਂਜੀ ਤੇ ਕੀ ਇਹਦਾ ਬਚਾਅ ਅਸੀਂ ਪਹਿਲੇ ਕਰ ਸਕਦੇ ਹਾਂ? ਕਿਸ ਤਰ੍ਹਾਂ ਅਸੀਂ ਮਤਲਬ ਕੀ ਕਰੀਏ ਕਿ ਇੱਥੋਂ ਤੱਕ ਨੌਬਤ ਨਾ ਆਏ ਕਿ ਪਰਿਵਾਰ ਦੇ ਵਿੱਚ ਕੋਈ ਕਿਸੇ ਜੀ ਦਾ ਸਾਨੂੰ ਦੁੱਖ ਦੇਖਣਾ ਪਏ? ਹਾਂਜੀ, ਜਿਹੜਾ ਸਰਵਾਈਕਲ ਕੈਂਸਰ ਹੈ ਇਹਦੇ ਲਈ ਬਹੁਤ ਅੱਛੀ ਵੈਕਸੀਨ ਆ ਚੁੱਕੀ ਹੈ ਇੰਡੀਆ ਵਿੱਚ, ਪਰ ਸਾਨੂੰ ਲੋਕਾਂ ਨੂੰ ਇੰਨੀ ਅਵੇਅਰਨੈਸ ਨਹੀਂ ਹੈ। ਉਹਨਾਂ ਜਿੰਨੇ ਵੀ ਦਰਸ਼ਕ ਇਸ ਟਾਈਮ ਪ੍ਰੋਗਰਾਮ ਦੇਖ ਰਹੇ ਆ, ਅਗਰ ਅਸੀਂ ਉਹਨਾਂ ਨੂੰ ਪੁੱਛੀਏ ਕਿ ਤੁਸੀਂ ਆਪਣੀ ਬੇਟੀਆਂ ਨੂੰ ਕਿੰਨਿਆਂ ਨੂੰ ਤੁਸੀਂ ਸਰਵਾਈਕਲ ਕੈਂਸਰ ਦੀ ਵੈਕਸੀਨੇਸ਼ਨ ਦਿੱਤੀ ਹੈ, ਤਾਂ 60-70% ਲੋਕਾਂ ਦਾ ਜਵਾਬ ਨਾ ਹੀ ਹੋਏਗਾ। ਅਗਰ ਅਸੀਂ ਪੇਸ਼ੈਂਟ ਨੂੰ ਕਹਿੰਦੇ ਕਿ ਤੁਸੀਂ ਆਪਣੀ ਗੁੜੀਆ ਨੂੰ ਬੱਚੀ ਨੂੰ ਤੁਸੀਂ ਇਹ ਇੰਜੈਕਸ਼ਨ ਲਗਵਾਓ ਹੈ ਨਾ, ਤਾਂ ਉਹ ਜਲਦੀ ਇਹਨੂੰ ਮੰਨਦੇ ਨਹੀਂ ਹੈਗੇ ਹੈ। ਬਹੁਤ ਰੇਅਰ ਮਤਲਬ ਉਹਨਾਂ ਨੂੰ ਬਹੁਤ ਤੁਹਾਨੂੰ ਅਵੇਅਰਨੈਸ ਦੇਣੀ ਪੈਂਦੀ ਹੈ ਤਾਂ ਹੀ ਤੁਸੀਂ ਉਹ ਲਗਵਾਉਂਦੇ, ਅਦਰਵਾਈਜ਼ ਨਹੀਂ ਲਗਵਾਉਂਦੇ ਹੈਗੇ ਹੈ ਨਾ, ਜੋ ਕਿ ਬਹੁਤ ਜ਼ਰੂਰੀ ਹੈ। ਜਦ ਤੁਹਾਡਾ ਬੱਚਾ ਜਿਹੜਾ ਹੈਗਾ 12-13 ਸਾਲ ਦੀ ਏਜ ਵਿੱਚ ਲੜਕੀ ਹੈਗੀ, ਬਿਫੋਰ ਰਿਲੇਸ਼ਨਸ਼ਿਪ ਅਗਰ ਆਪਾਂ ਇਹਨੂੰ ਇੰਜੈਕਸ਼ਨ ਲੱਗ ਜਾਂਦਾ, ਵੈਕਸੀਨ ਲੱਗ ਜਾਂਦਾ ਹੈਗਾ, ਤਾਂ ਉਹਦੇ ਚਾਂਸਿਸ ਬਹੁਤ ਅੱਛੇ ਹੋ ਜਾਂਦੇ ਆ। ਅਦਰਵਾਈਜ਼ ਇਹਦੀ ਰਿਕਮੈਂਡੇਸ਼ਨ 26 ਇਅਰਸ ਤੱਕ ਸੀਗੀ, ਹੁਣ ਇਹਨੂੰ 45 ਇਅਰਸ ਤੱਕ ਵੀ ਕਰ ਦਿੱਤਾ ਹੈਗਾ, ਆਪਾਂ ਵੈਕਸੀਨੇਸ਼ਨ ਲਗਵਾ ਸਕਦੇ ਹੈਗੇ। ਜਿਹੜੀ ਆਪਾਂ 12 ਤੋਂ 13 ਸਾਲ ਇਹਦੀ 2 ਡੋਸਿਸ ਹੈਗੀਆਂ, ਇੱਕ 0 ਹੈ ਨਾ, 2 ਡੋਸਿਸ ਵਿੱਚ ਆਪਾਂ ਦੇ ਸਕਦੇ ਹੈਗੇ। ਔਰ ਜਿਹੜਾ ਤੁਸੀਂ 15 ਸਾਲ ਤੋਂ ਬਾਅਦ ਇੰਜੈਕਸ਼ਨ ਵੈਕਸੀਨ ਦੇਣੀ ਆਪਾਂ ਬੱਚਿਆਂ ਨੂੰ, ਉਹਦੇ ਵਿੱਚ 3 ਡੋਸਿਸ ਹੈ। ਇੱਕ 0 ਮੀਨਸ ਅੱਜ ਦਾ ਦਿਨ ਜੇ ਲੱਗੀ ਹੈ, ਉਸ ਤੋਂ ਬਾਅਦ 1 ਮਹੀਨੇ ਬਾਅਦ, ਫਿਰ 6 ਮਹੀਨੇ ਦੇ ਬਾਅਦ। ਈਵਨ ਬॉयਜ਼ ਦੇ ਵਿੱਚ ਵੀ 2 ਤਰ੍ਹਾਂ ਦੀ ਵੈਕਸੀਨ ਆ ਰਹੀ ਹੈ, ਗਾਰਡੀਸਲ ਆ ਰਹੀ ਹੈ, ਸਰਵਾਇਰੈਕਸ ਆ ਰਹੀ ਹੈ ਨਾ। ਤੇ ਜਿਹੜੀ ਗਾਰਡੀਸਲ ਵੈਕਸੀਨ ਹੈਗੀ ਆ ਉਹ ਆਪਾਂ ਬॉयਜ਼ ਦੇ ਵਿੱਚ ਵੀ ਲਗਾ ਸਕਦੇ ਹਾਂ। ਉਹਦੇ ਵਿੱਚ ਕੀ ਹੈ, ਜਿਹੜਾ ਬॉयਜ਼ ਦਾ ਮਾਊਥ ਦਾ, ਥਰੋਟ ਦਾ ਹੈ ਨਾ, ਪੈਨਿਸ ਦਾ ਔਰ ਐਨਸ ਦਾ ਜਿਹੜਾ ਹੈਗਾ ਕੈਂਸਰ ਹੈ, ਉਹਦੇ ਵਿੱਚ ਇਹਦਾ ਬਚਾਅ ਹੋ ਸਕਦਾ ਜੀ। ਮਤਲਬ ਦੋਨਾਂ ਨੂੰ ਜਿਹੜੀ ਇਹ ਵੈਕਸੀਨ ਹੈ, ਵੈਕਸੀਨ ਜ਼ਰੂਰ ਲਗਾਉਣੀ ਚਾਹੀਦੀ ਹੈ। ਅਗਰ ਬਿਫੋਰ ਰਿਲੇਸ਼ਨਸ਼ਿਪ ਆਪਾਂ ਬੱਚੇ ਨੂੰ ਇਹ ਇੰਜੈਕਸ਼ਨ ਵੈਕਸੀਨ ਦਵਾ ਦਿੰਦੇ ਹਾਂ, ਇਹਦਾ ਇਫੈਕਟ ਬਹੁਤ ਜ਼ਿਆਦਾ ਜੀ। ਮਤਲਬ ਬਹੁਤ ਜ਼ਰੂਰੀ ਹੈ ਇਹਦੇ ਬਾਰੇ ਪੂਰੀ ਜਾਣਕਾਰੀ। ਉਹਨਾਂ ਦੇ ਕੁਝ ਮਿਥ ਮਨ ਦੇ ਵਿੱਚ ਨੇ, ਕੁਝ ਡਰ ਨੇ ਕਿ ਸਾਈਡ ਇਫੈਕਟ ਨਾ ਹੋਏ। ਹਾਂਜੀ ਹਾਂਜੀ, ਇਹ ਡਰ ਹੈ ਜਿਹਦੇ ਕਾਰਨ ਲੋਕ ਨਹੀਂ, ਪਰ ਸਾਈਡ ਇਫੈਕਟ, ਪਰ ਤੁਹਾਨੂੰ ਇੱਕ ਇੰਨੀ ਵੱਡੀ ਬਿਮਾਰੀ ਤੋਂ ਤੁਹਾਡਾ ਬਚਾਅ ਹੋ ਰਿਹਾ ਹੈ ਨਾ, ਉਸ ਤੋਂ ਵੱਡੀ ਕੀ ਗੱਲ ਹੈ? ਅਗਰ ਸਰਵਾਈਕਲ ਕੈਂਸਰ ਔਰ ਬ੍ਰੈਸਟ ਕੈਂਸਰ ਬਹੁਤ ਜ਼ਿਆਦਾ ਕਾਮਨ ਇੰਡੀਆ ਦੇ ਵਿੱਚ ਹੈ। ਸਰਵਾਈਕਲ ਕੈਂਸਰ ਲਈ ਤੁਹਾਨੂੰ ਸਕਰੀਨਿੰਗ ਵੀ ਵਾਰ-ਵਾਰ ਕਰਵਾਉਣੀ ਚਾਹੀਦੀ ਹੈ। ਤੁਸੀਂ 40+ ਹੋ ਜਾਂਦੇ ਹੋ ਹੈ ਨਾ, ਤੇ ਤੁਹਾਡੀ ਪੈਪਸਮੀਅਰ ਇੱਕ ਟੈਸਟ ਹੈ ਜਿਹਦੇ ਵਿੱਚ ਉਹਦੀ ਪਤਾ ਚੱਲ ਜਾਂਦਾ ਕਿ ਇਹਨੂੰ ਸਰਵਾਈਕਲ ਕੈਂਸਰ ਹੈ ਕਿ ਨਹੀਂ ਹੈ ਨਾ, ਤੇ ਉਹਦੀ ਇਨਫਲੇਮੇਸ਼ਨ ਕਿੰਨੀ ਹੈ, ਉਹਦੀ ਰਿਪੋਰਟ ਆ ਜਾਂਦੀ ਹੈ। ਪੈਪਸਮੀਅਰ ਤੁਹਾਨੂੰ ਹਰ 40 ਸਾਲ ਦੀ ਬਾਅਦ ਏਜ ਤੋਂ ਬਾਅਦ ਜ਼ਰੂਰ ਕਰਵਾਉਣਾ ਕਰਵਾਉਣਾ ਚਾਹੀਦਾ। ਜਿਸ ਤਰ੍ਹਾਂ ਤੁਸੀਂ ਬ੍ਰੈਸਟ ਕੈਂਸਰ ਦਾ ਵੀ ਨਾਮ ਲਿਆ, ਤੇ ਇਹਦੇ ਲਈ ਵੀ ਕੁਝ ਟੈਸਟ ਨੇ ਜਿਹੜੇ ਸਾਨੂੰ ਸਮੇਂ ਸਿਰ ਕਰਾਉਣੇ ਚਾਹੀਦੇ। ਬ੍ਰੈਸਟ ਕੈਂਸਰ ਵੀ ਤੁਸੀਂ ਸੈਲਫ ਐਗਜ਼ਾਮੀਨੇਸ਼ਨ ਕਰਦੇ ਰਹੋ ਹੈ ਨਾ। ਅਗਰ ਤੁਹਾਨੂੰ ਜ਼ਰਾ ਜਿਹੀ ਵੀ ਕਿਤੇ ਗਿਲਟੀ ਫੀਲ ਹੋਏ ਬ੍ਰੈਸਟ ਵਿੱਚ, ਤੁਸੀਂ ਉਸੇ ਟਾਈਮ ਡਾਕਟਰ ਨੂੰ ਜਾ ਕੇ ਦੱਸੋ। ਉਹਦੇ ਲਈ ਮੈਮੋਗ੍ਰਾਫੀ ਕਰਵਾਈ ਜਾਂਦੀ ਹੈ। ਮੈਮੋਗ੍ਰਾਫੀ ਵਿੱਚ ਪਤਾ ਚੱਲ ਜਾਂਦਾ ਹੈ ਕਿ ਇਹ ਕੋਈ ਗਰੋਥ ਹੈ, ਜਾਂ ਉਸ ਤੋਂ ਬਾਅਦ ਅਗਰ ਕੋਈ ਗਰੋਥ ਆ ਜਾਂਦੀ ਹੈਗੀ ਹੈ ਨਾ, ਉਸ ਤੋਂ ਬਾਅਦ FNAC ਟੈਸਟ ਹੁੰਦਾ, ਉਹਦੇ ਵਿੱਚ ਆਪਾਂ ਨੂੰ ਪਤਾ ਚੱਲ ਜਾਂਦਾ ਕੋਈ ਮੈਲਿਗਨੈਂਸੀ ਹੈ ਜਾਂ ਕੀ ਹੈ ਨਾ। ਤੇ ਆਪਾਂ ਜਿੰਨੀ ਜਲਦੀ ਫਸਟ ਸਟੇਜ ਤੇ ਆਪਾਂ ਡਿਟੈਕਟ ਕਰ ਲਾਂਗੇ, ਉਨਾ ਹੀ ਪੇਸ਼ੈਂਟ ਲਈ ਅੱਛਾ ਹੈ ਔਰ ਉਹਦੇ ਰਿਕਵਰ ਹੋਣ ਦੇ ਚਾਂਸਿਸ ਜ਼ਿਆਦਾ ਹੈ। ਅਗਰ ਆਪਾਂ ਲਾਸਟ ਸਟੇਜ ਤੇ ਜਾ ਕੇ ਇਹਨੂੰ ਡਿਟੈਕਟ ਕਰਦੇ ਹਾਂ, ਚਾਹੇ ਉਹ ਸਰਵਾਈਕਲ ਕੈਂਸਰ ਹੈ, ਚਾਹੇ ਉਹ ਬ੍ਰੈਸਟ ਕੈਂਸਰ ਹੈ, ਉਹਦੇ ਵਿੱਚ ਪੇਸ਼ੈਂਟ ਨੂੰ ਫਿਰ ਮੁਸ਼ਕਿਲ ਆਉਂਦੀ ਹੈ ਜੀ। ਤੇ ਇਹ ਜਿੱਦਾਂ ਸਰਵਾਈਕਲ ਕੈਂਸਰ ਦੀ ਗੱਲ ਕਰੀਏ, ਬ੍ਰੈਸਟ ਕੈਂਸਰ ਦੀ ਗੱਲ ਕਰੀਏ, ਕਿ ਮੈਡੀਸਿਨਸ ਦੇ ਨਾਲ ਪੂਰੀ ਤਰ੍ਹਾਂ ਇਹ ਠੀਕ ਹੋ ਸਕਦਾ? ਨਹੀਂ, ਇਹਦੇ ਵਿੱਚ ਮੈਡੀਸਿਨਸ ਨਹੀਂ ਇਹ ਰੋਲ ਹੁੰਦਾ, ਕਿਉਂਕਿ ਜੇ ਅਗਰ ਤੁਹਾਡਾ ਫਸਟ ਸਟੇਜ ਤੇ ਸਪੋਜ਼ ਤੁਹਾਡੇ ਬ੍ਰੈਸਟ ਕੈਂਸਰ ਹੈ ਤਾਂ ਉਹਨੂੰ ਰਿਮੂਵ ਕਰਨਾ ਪਏਗਾ। ਤੇ ਇਹਦੇ ਵਿੱਚ ਮੈਡੀਸਿਨ ਨਹੀਂ, ਇਹਦੇ ਵਿੱਚ ਆਪਾਂ ਉਸ ਚੀਜ਼ ਨੂੰ ਜੜ ਤੋਂ ਨਿਕਾਲਣਾ। ਪਰ ਬਹੁਤ ਜ਼ਰੂਰੀ ਹੈ ਕਿ ਅਸੀਂ ਸਮੇਂ ਸਿਰ ਡਾਕਟਰ ਕੋਲ ਜਾਈਏ, ਡਾਕਟਰ ਕੋਲ ਟਾਈਮ ਸਿਰ ਜਾਓ, ਜਿਸ ਤੋਂ ਕੀਮੋ ਚੱਲਦੀ ਹੈ, ਹੋਰ ਬਥੇਰਾ ਕੁਝ ਕੈਂਸਰ ਵਿੱਚ ਹੁੰਦਾ ਹੈ ਨਾ, ਉਹ ਸਾਰਾ ਫਿਰ ਟ੍ਰੀਟਮੈਂਟ ਸਟਾਰਟ ਹੁੰਦਾ। ਮਤਲਬ ਇਹਨੂੰ ਪਹਿਚਾਨਣਾ ਸਭ ਤੋਂ ਜ਼ਿਆਦਾ ਅਗਰ ਸਟੇਜ 1 ਤੇ ਤੁਸੀਂ ਡਾਇਗਨੋਸ ਕਰ ਲਿਆ, ਫਿਰ ਤੁਹਾਨੂੰ ਕੋਈ ਮੁਸ਼ਕਿਲ ਨਹੀਂ ਆਏਗੀ। ਜੀ ਜੀ। ਇਸ ਤੋਂ ਇਲਾਵਾ ਜੇ ਗੱਲ ਇਹ ਕਰੀਏ ਕਿ ਜਿਸ ਪੈਪਸਮੀਅਰ ਟੈਸਟ ਦੀ ਵੀ ਤੁਸੀਂ ਗੱਲ ਕੀਤੀ, ਤੇ 40s ਤੋਂ ਬਾਅਦ, 40 ਸਾਲ ਤੋਂ ਬਾਅਦ ਇੱਕ ਔਰਤ ਨੂੰ ਇਹ ਸਾਰੇ ਟੈਸਟ ਕਰਾਉਣੇ ਚਾਹੀਦੇ ਨੇ? 40 ਸਾਲ ਤੋਂ ਬਾਅਦ ਬਹੁਤ ਜ਼ਰੂਰੀ ਹੈ। ਇੱਕ ਤੁਸੀਂ ਪੈਪਸਮੀਅਰ ਜ਼ਰੂਰ ਕਰਾਓ, ਮੈਮੋਗ੍ਰਾਫੀ ਜ਼ਰੂਰ, ਲੇਡੀਜ਼ ਵਾਸਤੇ ਮੈਮੋਗ੍ਰਾਫੀ ਜ਼ਰੂਰ ਕਰਾਓ ਤੁਸੀਂ। ਇਹ 2 ਚੀਜ਼ਾਂ ਕਰਾਉਣੀਆਂ ਹੀ ਚਾਹੀਦੀਆਂ, ਕਿਉਂਕਿ ਇਹ ਸਰਵਾਈਕਲ ਕੈਂਸਰ, ਬ੍ਰੈਸਟ ਕੈਂਸਰ ਬਹੁਤ ਕਾਮਨ ਹੈ ਔਰ 40 ਸਾਲ ਤੋਂ ਬਾਅਦ ਇਹਦੇ ਹੋਣ ਦੇ ਚਾਂਸਿਸ ਜ਼ਿਆਦਾ ਹੁੰਦੇ ਆ। ਇਸ ਕਰਕੇ ਅਗਰ ਆਪਾਂ ਇਹ 2 ਟੈਸਟ ਰੂਟੀਨ ਵਿੱਚ ਹਰ ਸਾਲ ਜਾਂ 2 ਸਾਲ ਬਾਅਦ ਕਰਵਾਉਂਦੇ ਰਵਾਂਗੇ, ਤੇ ਐਟਲੀਸਟ ਆਪਾਂ
ਇਸ ਚੀਜ਼ ਤੋਂ ਬਚੇ ਰਹਿ ਸਕਦੇ ਆ। ਇੱਕ ਹੋਰ ਸਮੱਸਿਆ ਜਿਹੜੀ ਅਕਸਰ ਲੇਡੀਜ਼ ਨੂੰ ਹੋ ਜਾਂਦੀ ਹੈ ਉਹ ਸਿਸਟ ਦੀ ਹੈ, ਹਾਂਜੀ, ਹੈ ਨਾ, ਓਵੇਰੀਅਨ ਸਿਸਟ। ਇਸ ਬਾਰੇ ਅਸੀਂ ਕਾਫੀ ਸੁਣਿਆ, ਇਹ ਕੀ ਹੈ ਓਵੇਰੀਅਨ ਸਿਸਟ? ਓਵੇਰੀਅਨ ਜੇ ਤੁਸੀਂ ਸੁਣਿਆ ਹੋਣਾ, ਪੇਸ਼ੈਂਟਸ ਕਈ ਨਾ ਬਲੀਡਿੰਗ ਬਹੁਤ ਜ਼ਿਆਦਾ ਹੁੰਦੀ ਹੈ ਨਾ, ਉਹਦੇ ਕਾਫੀ ਸਾਰੇ ਕਾਰਨ ਹੋ ਸਕਦੇ। ਕਈ ਵਾਰ ਜਿਹੜੀ ਯੂਟਰਾਈਨ ਦੀ ਝਿੱਲੀ ਆ ਅੰਦਰ ਐਂਡੋਮੀਟਰੀਅਮ ਹੈ ਉਹ ਵੱਧ ਜਾਂਦੀ ਹੈ, ਉਹਦੇ ਕਰਕੇ ਬਲੀਡਿੰਗ ਜ਼ਿਆਦਾ ਹੋ ਰਹੀ ਹੈ, ਜਾਂ ਉਹਦੇ ਓਵਰੀਜ਼ ਦੇ ਵਿੱਚ ਰਸੋਲੀਆਂ ਹੋ ਗਈਆਂ, ਸਿਸਟ ਹੋ ਗਈ ਹੈ ਨਾ, ਉਹਦੇ ਕਰਕੇ ਵੀ ਉਹਨੂੰ ਬਲੀਡਿੰਗ ਜ਼ਿਆਦਾ ਹੋ ਸਕਦੀ ਹੈ। ਕਈ ਵਾਰ ਕੀ ਹੁੰਦਾ, ਯੂਟਰਸ ਦੇ ਵਿੱਚ ਫਾਈਬਰਡ ਬਣਨਾ ਸ਼ੁਰੂ ਹੋ ਜਾਂਦਾ ਹੈ ਨਾ। ਜਿਹੜੀਆਂ ਓਵੇਰੀਅਨ ਸਿਸਟ ਹੈਗੀਆਂ ਇਹ ਤਾਂ ਤੁਹਾਡੀ ਮੈਡੀਸਿਨ ਦੇ ਨਾਲ ਠੀਕ ਹੋ ਜਾਂਦੀ ਹੈ। ਕਈ ਵਾਰ ਫੋਲੀਕੂਲਰ ਸਿਸਟ ਹੈ, ਕਈ ਵਾਰ ਕਹਿੰਦੇ ਪਾਣੀ ਵਾਲੀ ਰਸੋਲੀ ਹੈ ਨਾ, ਜਾਂ ਕੋਈ ਮਾਸ ਵਾਲੀ ਸਿਸਟ ਬਣ ਕੇ। ਜਿਹੜੀ ਪਾਣੀ ਵਾਲੀ ਰਸੋਲੀਆਂ ਹੁੰਦੀਆਂ 3 ਮਹੀਨੇ ਦਾ ਮੈਡੀਸਿਨ ਦਾ ਕੋਰਸ ਚੱਲਦਾ, ਉਹਦੇ ਨਾਲ ਠੀਕ ਹੋ ਜਾਂਦੀ ਹੈ ਜੀ। ਤੇ ਮਤਲਬ ਮੈਡੀਸਿਨ ਦੇ ਨਾਲ ਵੀ ਇਹ ਪੂਰੀ ਤਰ੍ਹਾਂ ਮੈਡੀਸਿਨ ਨਾਲ ਫਰਕ ਪੈ ਜਾਂਦਾ। ਪਰ ਜੇ ਅਗਰ ਫਾਈਬਰਡ ਯੂਟਰਸ ਹੈ ਉਹਦੇ ਵਿੱਚ ਫਿਰ ਮੈਡੀਸਿਨ ਜ਼ਿਆਦਾ ਕੰਮ ਨਹੀਂ ਕਰਦੀਆਂ, ਉਹਦੇ ਵਿੱਚ ਤੁਹਾਨੂੰ ਆਪਰੇਟ ਕਰਨਾ ਪਏਗਾ ਜੀ, ਅਗਰ ਬੜਾ ਸਾਈਜ਼ ਹੈ ਜੀ। ਤੇ ਹੁਣ ਗੱਲ ਕਰਦੇ ਹਾਂ, ਜਿਸ ਤਰ੍ਹਾਂ ਪੀਰੀਅਡਸ ਦੀ ਤੁਸੀਂ ਗੱਲ ਕੀਤੀ, ਕਈਆਂ ਨੂੰ ਬਹੁਤ ਜ਼ਿਆਦਾ ਹੈਵੀ ਪੀਰੀਅਡਸ ਹੁੰਦੇ ਨੇ, ਉਹਦਾ ਕਾਰਨ ਵੀ ਇਹੀ ਹੁੰਦਾ? ਹਾਂ, ਅਗਰ ਪੀਰੀਅਡਸ ਬਹੁਤ ਜ਼ਿਆਦਾ ਆ ਰਹੇ ਆ ਉਹਦੇ ਅਲੱਗ-ਅਲੱਗ ਰੀਜ਼ਨ ਹੋ ਸਕਦੇ ਆ। ਕਈ ਵਾਰ ਕਿ ਜਿਸ ਤਰ੍ਹਾਂ ਪੀਰੀਅਡਸ ਤੁਹਾਨੂੰ ਆਪਣੀ ਸਟਾਰਟ ਹੋਇਆ, ਉਸ ਕਰਕੇ ਕਈ ਵਾਰ ਇਰੈਗੂਲਰ ਪੀਰੀਅਡਸ ਹੁੰਦੇ, ਕਈਆਂ ਨੂੰ ਬਹੁਤ ਜ਼ਿਆਦਾ ਆਉਂਦੇ, ਕਈਆਂ ਨੂੰ ਘੱਟ ਆਉਂਦੇ ਆ, ਹੈ ਨਾ। ਉਸ ਤੋਂ ਬਾਅਦ ਤੁਹਾਡਾ ਅਗਰ ਪੀਰੀਅਡਸ ਜ਼ਿਆਦਾ ਆ ਰਹੇ ਆ ਤਾਂ ਉਹਦੇ ਸਿਸਟ ਕਰਕੇ ਵੀ ਹੋ ਸਕਦਾ, ਫਾਈਬਰਡ ਯੂਟਰਸ ਕਰਕੇ ਵੀ ਹੋ ਸਕਦਾ, ਜਾਂ ਤੁਹਾਡੀ ਬੱਚੇਦਾਨੀ ਦੀ ਅਗਰ ਝਿੱਲੀ ਵਧੀ ਹੈ ਨਾ, ਜਿਹਨੂੰ ਆਪਾਂ ਐਂਡੋਮੀਟਰੀਅਲ ਹਾਈਪਰਪਲੇਜ਼ੀਆ ਕਹਿ ਦਿੰਦੇ ਆ, ਉਹਦੇ ਕਰਕੇ ਵੀ ਤੁਹਾਨੂੰ ਬਲੀਡਿੰਗ ਜ਼ਿਆਦਾ ਹੋ ਸਕਦੀ ਆ। ਅਗਰ ਇਹਦੇ ਐਂਡੋਮੀਟਰੀਅਮ ਕਰਕੇ ਤੁਹਾਡੀ ਬਲੀਡਿੰਗ ਜ਼ਿਆਦਾ ਹੋ ਰਹੀ ਹੈ ਤਾਂ ਉਹਦੇ ਵਿੱਚ ਜਿੱਦਾਂ ਆਪਾਂ ਸਫਾਈ ਕਰੀਦੀ ਆ, ਉਹਦੇ ਕਿਊਰੇਟ ਕਰ ਦਿੰਦਾ ਡੇ ਪੀਰੀਅਡਸ ਤੇ ਡੇ 1 ਜਾਂ ਡੇ 2 ਤੇ, ਔਰ ਉਹ ਸੈਂਪਲ ਆਪਾਂ ਬਾਇਪਸੀ ਲਈ ਭੇਜ ਦਿੰਦਾ ਅੱਗੇ। ਜੀ ਜੀ। ਤੇ ਉਹਦੇ ਵਿੱਚ ਚਾਂਸਸ ਹੁੰਦੇ ਕਿ ਕੁਝ ਗੜਬੜ ਹੋਇਆ, ਬਾਇਪਸੀ ਟੈਸਟ ਠੀਕ ਨਾ ਹੋ? ਹਾਂ, ਅਗਰ ਬਾਇਪਸੀ ਵਿੱਚ ਔਰ ਆਪਾਂ ਸੈਂਪਲ ਭੇਜ ਦਿੱਤਾ, ਉਹਦੇ ਵਿੱਚ ਤੁਹਾਡੀ ਰਿਪੋਰਟ ਆ ਜਾਏਗੀ ਕਿਸ ਵਜ੍ਹਾ ਕਰਕੇ ਇਹ ਮੁਸ਼ਕਿਲ ਸੀਗੇ, ਹੈ ਨਾ ਜੀ। ਤੇ ਇੱਕ ਹੋਰ ਸਮੱਸਿਆ ਜਿਹੜੀ ਲੇਡੀਜ਼ ਦੇ ਵਿੱਚ ਹੋਰ ਦੇਖਣ ਦੇ ਵਿੱਚ ਆਈ ਹੈ ਕਿ ਹੇਅਰਸ ਆ ਜਾਂਦੇ ਆ ਫੇਸ ਤੇ, ਹੇਅਰਸ ਆ ਜਾਂਦੇ, ਜਾਂ ਫਿਰ ਇੱਕ ਏਜ ਤੋਂ ਬਾਅਦ ਐਕਨੇ ਦੀ ਪ੍ਰੋਬਲਮ ਸ਼ੁਰੂ ਹੋ ਜਾਂਦੀ ਹੈ ਨਾ। ਇਹਦਾ ਵੀ ਰੀਜ਼ਨ ਇਹ ਹੋ ਸਕਦਾ ਸਿਸਟ, ਜਾਂ ਇਹਦਾ ਕੋਈ ਰੀਜ਼ਨ ਹੋ ਸਕਦਾ? ਨਹੀਂ, ਇਹਦਾ ਜਿਹੜਾ ਰੀਜ਼ਨ ਹੈ ਪੀਸੀਓਡੀ ਹੋ ਸਕਦਾ ਹੈ। ਅੱਛਾ। ਅਗਰ ਫੇਸ਼ੀਅਲ ਹੇਅਰ ਫੇਸ ਤੇ ਆ ਰਹੇ ਹੈ ਨਾ, ਔਰ ਐਕਨੀ ਹੋ ਰਹੀ ਹੈ, ਇੱਕ ਤਾਂ ਪਿਊਬਰਟੀ ਤੇ ਵੈਸੇ ਵੀ ਐਕਨੀ ਥੋੜੀ ਬਹੁਤ ਸਟਾਰਟ ਹੁੰਦੀ ਹੈ, ਉਹ ਨਾਰਮਲ ਹੈ ਨਾ। ਅਗਰ ਤੁਹਾਡੇ ਫੇਸ਼ੀਅਲ ਹੇਅਰ ਆ ਰਹੇ ਆ ਔਰ ਐਕਨੀ ਜ਼ਿਆਦਾ ਹੋ ਰਹੀ ਹੈ ਫਰੰਟ ਤੇ, ਚੈਸਟ ਤੇ, ਬੈਕ ਤੇ, ਹੈ ਨਾ, ਤੇ ਇਹ ਪੀਸੀਓਡੀ ਕਰਕੇ ਵੀ ਹੋ ਸਕਦਾ। ਉਹਦੀ ਤੁਸੀਂ ਹਿਸਟਰੀ ਲਓ ਪੇਸ਼ੈਂਟ ਦੀ ਕਿ ਤੁਹਾਨੂੰ ਪੀਰੀਅਡਸ ਠੀਕ ਆਉਂਦੇ ਆ ਕਿ ਨਹੀਂ ਆਉਂਦੇ ਆ। ਅਗਰ ਪੇਸ਼ੈਂਟ ਕਹਿ ਰਹੀ ਕਿ ਮੈਨੂੰ 2 ਮਹੀਨੇ ਬਾਅਦ ਜਾਂ 6 ਮਹੀਨੇ ਬਾਅਦ ਪੀਰੀਅਡਸ ਆ ਰਹੇ ਆ, ਇਟ ਮੀਨਸ ਕਿ ਉਹਨੂੰ ਕੋਈ ਨਾ ਕੋਈ ਪ੍ਰੋਬਲਮ ਅੰਦਰ ਹੈਗੀ ਹੈ ਨਾ। ਤੇ ਜਿਹੜੇ ਇਹ ਸਿੰਪਟਮਸ ਹੈਗੇ ਸਾਰੇ ਪੀਸੀਓਡੀ ਦੇ ਆ। ਉਹਦੇ ਵਿੱਚ ਤੁਸੀਂ ਸਕੈਨਿੰਗ ਕਰਵਾਓਗੇ, ਸਕੈਨਿੰਗ ਦੇ ਵਿੱਚ ਉਹਦੇ ਜਿਹੜੇ ਅੰਡੇ ਬਣੇ ਹੋਣਗੇ ਉਹ ਇੱਕ ਮਾਲਾ ਦੇ ਰੂਪ ਵਿੱਚ ਨਜ਼ਰ ਆਣਗੇ, ਹੈ ਨਾ। ਤੇ ਉਹ ਜਦੋਂ ਪੀਸੀਓਡੀ ਵਿੱਚ ਕਨਫਰਮ ਹੋ ਜਾਂਦੀ ਹੈ, ਫਿਰ ਉਹਦਾ ਤੁਸੀਂ ਟ੍ਰੀਟਮੈਂਟ ਕਰਨਾ ਹੈ, ਉਹਦੇ ਨਾਲ ਉਹਦੀ ਜਿਹੜੀ ਹੈਗੀ ਹੈ ਪੀਸੀਓਡੀ ਠੀਕ ਹੋ ਜਾਏਗੀ, ਮੈਡੀਸਿਨ ਦੇ ਨਾਲ ਹੀ ਠੀਕ ਹੋ ਜਾਂਦੀ ਹੈ ਜੀ। ਜਿਸ ਮੈਂਸਟਰੂਏਸ਼ਨ ਪੀਰੀਅਡ ਜਦੋਂ ਸ਼ੁਰੂ ਹੁੰਦਾ ਹੈ ਨਾ, ਉਸ ਵੇਲੇ ਸਰਕਲ ਹੈ, ਜਿੱਦਾਂ 28 ਡੇਜ਼ ਦਾ ਸਰਕਲ ਹੁੰਦਾ ਹੈ, 1 ਮੰਥ ਦਾ ਸਰਕਲ ਹੁੰਦਾ, ਤੇ ਜਿਸ ਤਰ੍ਹਾਂ ਲੜਕੀਆਂ ਨੂੰ ਸਮਝਾਇਆ ਜਾਂਦਾ ਹੈ, ਤੇ ਕੁਝ ਗਲਤ ਫਹਿਮੀਆਂ ਹੋ ਜਾਂਦੀਆਂ ਜਾਂ ਕੁਝ ਮਿਥ ਜਿਹੜੀ ਹੈ ਉਸ ਵੇਲੇ ਕੁੜੀਆਂ ਦੇ ਮਨ ਦੇ ਵਿੱਚ ਬੈਠ ਜਾਂਦੀਆਂ ਨੇ, ਕੁਝ ਡਰ ਹੁੰਦੇ ਨੇ ਜਿਹਦੇ ਕਾਰਨ ਉਹ ਬਹੁਤ ਸਾਰੇ ਸਵਾਲ ਨਹੀਂ ਕਰ ਪਾਉਂਦੀਆਂ। ਤੇ ਇਸ ਵੇਲੇ ਪੇਰੈਂਟਸ ਦਾ ਕੀ ਰੋਲ ਬਣਦਾ ਹੈ ਤੇ ਸਕੂਲ ਦਾ ਖਾਸ ਤੌਰ ਤੇ ਕੀ ਰੋਲ ਬਣਦਾ ਹੈ? ਅੱਗੇ ਦੇਖੋ ਜਦੋਂ ਪੀਰੀਅਡਸ ਆਉਂਦੇ ਸੀਗੇ, ਹੈ ਨਾ, ਜਦ 9th ਔਰ 10th ਕਲਾਸ ਵਿੱਚ ਬੱਚੇ ਕੁੜੀਆਂ ਹੁੰਦੀਆਂ ਸੀ, ਉਦੋਂ ਪੀਰੀਅਡ ਸਟਾਰਟ ਹੁੰਦੇ ਸੀ। ਪਰ ਅੱਜ ਕੱਲ੍ਹ ਤੁਸੀਂ ਬੱਚਾ 5th 6th ਸਟੈਂਡਰਡ ਵਿੱਚ ਬੱਚਾ ਪੜ੍ਹ ਰਿਹਾ ਹੁੰਦਾ, ਪੇਰੈਂਟਸ ਸਾਰੇ ਕਿ ਬੇਟੀ ਨੂੰ ਪੀਰੀਅਡ ਸਟਾਰਟ ਹੋ ਗਏ। ਤੇ ਇਹਦੇ ਵਿੱਚ ਪੇਰੈਂਟਸ ਔਰ ਟੀਚਰਸ ਦੋਨਾਂ ਦਾ ਬਹੁਤ ਬੜਾ ਰੋਲ ਹੈ। ਆਪਾਂ ਆਪਣੇ ਬੱਚੇ ਨੂੰ ਪਹਿਲੇ ਹੀ ਗਾਈਡ ਕਰੋ ਕਿ ਇਹ ਬੇਟਾ ਇੱਕ ਨੈਚੁਰਲ ਪ੍ਰੋਸੈਸ ਹੈ, ਜੇ ਇਹਦੇ ਵਿੱਚ ਇਹ ਪ੍ਰੋਬਲਮਸ ਆਉਣੀ ਹੈ, ਪੇਨ ਹੋਣੀ ਹੈ, ਹਰ ਮਹੀਨੇ ਤੋਂ ਬਾਅਦ ਤੁਹਾਨੂੰ ਪੀਰੀਅਡਸ ਆਉਣੇ, ਬਲੀਡਿੰਗ ਹੋਣੀ ਹੈ, ਇਹ ਕੋਈ ਅਲੱਗ ਚੀਜ਼ ਨਹੀਂ ਹੈ, ਇਟਸ ਅ ਪਾਰਟ ਆਫ ਲਾਈਫ, ਹੈ ਨਾ। ਇਹ ਤੁਹਾਡਾ ਇੱਕ ਨੇਚਰ ਹੈ ਜਿਹੜਾ ਕਿ ਹਰ ਲੜਕੀ ਨੂੰ ਇਹ ਹੋਣਾ ਹੀ ਹੋਣਾ ਹੈਗਾ। ਅਗਰ ਆਪਾਂ ਨੂੰ ਪ੍ਰੋਪਰ ਐਜੂਕੇਸ਼ਨ ਦਿੱਤੀ ਹੋਏਗੀ ਤਾਂ ਫਸਟ ਟਾਈਮ ਜਦੋਂ ਵੀ ਉਹਨੂੰ ਪੀਰੀਅਡਸ ਆਣਗੇ ਉਹ ਘਬਰਾਏਗੀ ਨਹੀਂ। ਔਰ ਸਕੂਲ ਦੇ ਵਿੱਚ ਵੀ ਟੀਚਰਸ ਦਾ ਪੂਰਾ ਰੋਲ ਹੋਣਾ ਚਾਹੀਦਾ ਕਿ ਅਗਰ ਉਹਨੂੰ ਸਕੂਲ ਦੇ ਵਿੱਚ ਪੀਰੀਅਡਸ ਆਉਂਦੇ ਆ, ਉਹਨੂੰ ਸਪੋਰਟ ਕਰਨ ਔਰ ਉਹਨੂੰ ਐਜੂਕੇਟ ਕਰਨ ਕਿ ਬੇਟਾ ਇਹ ਕੋਈ ਅਲੱਗ ਚੀਜ਼ ਨਹੀਂ ਹੈ। ਤੁਸੀਂ ਉਹਨੂੰ ਪ੍ਰੋਪਰ ਅਗਰ ਗਾਈਡੈਂਸ ਮਿਲੇਗੀ ਤਾਂ ਉਹ ਇਸ ਚੀਜ਼ ਤੋਂ ਨਿਕਲ ਪਾਏਗੀ, ਉਹਨੂੰ ਸਟ੍ਰੈਸ ਨਹੀਂ ਹੋਏਗਾ ਕਿ ਮੇਰੇ ਨਾਲ ਕੀ ਹੋ ਗਿਆ। ਔਰ ਐਜੂਕੇਸ਼ਨ ਇਹਦੇ ਵਿੱਚ ਪ੍ਰੋਪਰ ਹੋਣੀ ਬਹੁਤ ਜ਼ਰੂਰੀ ਹੈ। ਔਰ ਪੇਰੈਂਟਸ ਨੂੰ ਆਪਣੇ ਬੱਚਿਆਂ ਦੇ ਨਾਲ ਫਰੈਂਡਲੀ ਹੋਣਾ ਜ਼ਰੂਰੀ ਹੈ।
ਅਗਰ ਉਹ ਫਰੈਂਡਲੀ ਹੋਣਗੇ ਤੇ ਬੱਚਾ ਆ ਕੇ ਹਰ ਗੱਲ ਆਪਣੇ ਪੇਰੈਂਟਸ ਨਾਲ ਕਰੇਗਾ, ਹੈ ਨਾ। ਅਗਰ ਉਹਨੂੰ ਡਰ ਲੱਗੇਗਾ ਕਿ ਮੈਂ ਇੰਨੀ ਗੱਲ ਕਹੂੰਗੀ ਤੇ ਮੇਰੀ ਪੇਰੈਂਟਸ ਨੇ ਮੈਨੂੰ ਝਿੜਕਾ ਮਾਰ ਦੇਣੀ ਹੈ, ਤੇ ਉਹ ਚੀਜ਼ ਨਹੀਂ। ਉਹਨਾਂ ਨੂੰ ਫਰੈਂਡਲੀ ਹੋ ਕੇ ਰਹਿਣਾ ਬੱਚਿਆਂ ਦੇ ਨਾਲ ਜੀ, ਫਰੈਂਡਲੀ ਹੋ ਕੇ ਰਹਿਣਾ, ਤਾਂ ਹੀ ਜਿਹੜੇ ਬੱਚੇ ਹੈ ਉਹ ਪੇਰੈਂਟਸ ਨਾਲ ਹਰ ਗੱਲ ਸ਼ੇਅਰ ਕਰ ਸਕਦੇ ਨੇ। ਤੇ ਮਾਹੌਲ ਸਕੂਲ ਦਾ ਤੇ ਟੀਚਰਸ ਦੇ ਨਾਲ ਵੀ ਫਰੈਂਡਲੀ ਹੋਣਾ ਬਹੁਤ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ ਜੀ। ਤੇ ਅਗਲੀ ਗੱਲ ਇਹ ਕਰਦੇ ਆ ਕਿ ਜਦੋਂ ਪੀਰੀਅਡ ਜਦੋਂ ਸਟਾਰਟ ਹੁੰਦੇ ਨੇ ਉਸ ਵੇਲੇ ਉਸ ਕਾਫੀ ਦੇਰ ਤੱਕ ਇਹ ਸਮੱਸਿਆ ਰਹਿੰਦੀ ਹੈ ਕਿ ਪੇਟ ਦੇ ਵਿੱਚ ਦਰਦ ਦੀ ਸ਼ਿਕਾਇਤ ਅਕਸਰ ਕੀਤੀ ਜਾਂਦੀ ਹੈ, ਤੇ ਉਸ ਵੇਲੇ ਪੇਰੈਂਟਸ ਵੱਲੋਂ ਵੀ ਬੇਟੀ ਨੂੰ ਪੇਨ ਕਿਲਰ ਦੇ ਦਿੱਤੀ ਜਾਂਦੀ ਹੈ। ਤੇ ਐਜ਼ ਅ ਡਾਕਟਰ ਤੁਸੀਂ ਕੀ ਸੁਜੈਸਟ ਕਰੋਗੇ ਕਿ ਇਹ ਠੀਕ ਹੈ? ਜਦੋਂ ਦੇਖੋ ਪੀਰੀਅਡਸ ਆਉਣ ਵਾਲੇ ਹੁੰਦੇ ਆ, ਹੈ ਨਾ, ਆਪਣੀ ਜਿਹੜੀ ਯੂਟਰਸ ਦੀ ਲਾਈਨਿੰਗ ਹੈ ਉਹ ਤੋਂ ਪ੍ਰੋਸਟਾਗਲੈਂਡਿਨਸ ਰਿਲੀਜ਼ ਹੁੰਦੇ ਹੈਗੇ ਆ, ਜੋ ਕਿ ਇੱਕ ਕੈਮੀਕਲ ਹੈਗਾ, ਔਰ ਇਹ ਜਿਹੜਾ ਯੂਟਰਸ ਦੀ ਵੈਸਲਸ ਜਿਹੜੀ ਹੈਗੀ ਆ ਜਾਂ ਉਹਦੀ ਮਸਲਸ ਨੂੰ ਉਹਨੂੰ ਕੰਟੈਕਟ ਕਰਦਾ, ਜਿਹਦੇ ਕਰ ਜਿਹੜਾ ਲੇਡੀ ਹੈ ਜਾਂ ਬੱਚੀ ਹੈ ਉਹਨੂੰ ਪੇਨ ਫੀਲ ਹੁੰਦੀ ਹੈ। ਇਸ ਟਾਈਮ ਤੇ ਆਪਾਂ ਥੋੜਾ ਬਹੁਤ ਕੁਝ ਪ੍ਰੀਕਾਸ਼ਨਸ ਲੈ ਸਕਦੇ ਆ, ਹੈ ਨਾ। ਉਹਨੂੰ ਗਰਮ ਪਾਣੀ ਦੀ ਬੋਟਲ ਕਰਕੇ ਦੇ ਸਕਦੇ ਆ, ਜਾਂ ਆਪਾਂ ਜਿਹੜੇ ਇਸੈਂਸ਼ੀਅਲ ਆਇਲਸ ਹੈ ਉਹਦੀ ਆਪਾਂ ਹਲਕੀ ਜੀ ਮਸਾਜ ਕਰ ਸਕਦੇ ਆ, ਜਿਸ ਤਰ੍ਹਾਂ ਉਹਨੂੰ ਰਿਲੀਫ ਮਿਲੇਗਾ। ਇਸ ਤੋਂ ਇਲਾਵਾ ਐਕਸਰਸਾਈਜ਼ ਦਾ ਬਹੁਤ ਵੱਡਾ ਰੋਲ ਹੈ। ਅਗਰ ਬੱਚਿਆਂ ਨੂੰ ਆਪਾਂ ਆਦਤ ਪਾਈਏ ਐਕਸਰਸਾਈਜ਼ ਕਰਨ ਦੀ, ਤਾਂ ਉਹਦੇ ਨਾਲ ਐਕਸਰਸਾਈਜ਼ ਦੇ ਨਾਲ ਵੀ ਇਹ ਪੇਨ ਨੂੰ ਰਿਲੀਫ ਮਿਲਦਾ। ਔਰ ਜਦੋਂ ਤੁਹਾਨੂੰ ਪੇਨ ਸਟਾਰਟ ਹੁੰਦੀ ਹੈ, ਅਗਰ ਆਪਾਂ ਉਸੇ ਟਾਈਮ ਆਪਾਂ ਸਟਾਰਟਿੰਗ ਤੇ ਬਹੁਤ ਜ਼ਿਆਦਾ ਅਗਰ ਪੇਨ ਹੈ ਤਾਂ ਆਪਾਂ ਉਹਨੂੰ ਆਈਬੂਪ੍ਰੋਫਨ ਦੀ ਮੈਡੀਸਿਨ ਦੇ ਸਕਦੇ ਹਾਂ। ਮਤਲਬ ਇਸ ਵੇਲੇ ਜੇ ਲੋਡ ਹੈ ਤੇ ਮੈਡੀਸਿਨ ਦੇ ਸਕਦੇ। ਅਗਰ ਬਹੁਤ ਜ਼ਿਆਦਾ ਪੇਨ ਹੈ ਜਾਂ ਬਹੁਤ ਜ਼ਿਆਦਾ ਬਲੀਡਿੰਗ ਦੀ ਪ੍ਰੋਬਲਮ, ਜਿਸ ਤਰ੍ਹਾਂ ਕਈ ਵਾਰ ਪੀਰੀਅਡਸ ਜਦ ਸਟਾਰਟ ਹੁੰਦੇ ਆ, ਜਾਂ ਤਾਂ ਕਈ ਵਾਰ ਬਹੁਤ ਘੱਟ ਆਉਂਦੇ ਆ, ਜਾਂ ਕਈਆਂ ਨੂੰ 2-2 ਮਹੀਨੇ ਨਹੀਂ ਆਉਂਦੇ, ਹੈ ਨਾ। ਸਟਾਰਟਿੰਗ ਵਿੱਚ ਥੋੜੀ ਜਿਹੀ ਡਿਸਟਰਬੈਂਸ ਹੁੰਦੀ ਹੈ। ਅਗਰ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਤੁਸੀਂ ਆਪਣੇ ਡਾਕਟਰ ਨੂੰ ਜਾ ਕੇ ਚੈੱਕਅਪ ਕਰਾਓ। ਚੈੱਕਅਪ ਜਿਹੜਾ ਉਹ ਕਰਾ ਲੈਣਾ ਚਾਹੀਦਾ ਜੀ। ਤੇ ਹੁਣ ਜਿਸ ਤਰ੍ਹਾਂ ਇਹ ਗੱਲ ਕੀਤੀ, ਇਸ ਤੋਂ ਬਾਅਦ ਗੱਲ ਕਰਾਂਗੇ ਅਸੀਂ ਮੈਨੋਪੌਜ਼ ਦੀ, ਕਿ ਮੈਨੋਪੌਜ਼ ਦਾ ਜਦੋਂ ਸਮਾਂ ਆਉਂਦਾ ਉਸ ਵੇਲੇ ਵੀ ਬਹੁਤ ਸਾਰੀਆਂ ਪ੍ਰੋਬਲਮਸ ਆਉਂਦੀਆਂ ਨੇ ਜਿਹੜੀ ਉਸ ਵੇਲੇ ਔਰਤ ਨੂੰ ਸਮਝ ਨਹੀਂ ਆਉਂਦੀਆਂ। ਕੀ ਸਮੱਸਿਆਵਾਂ ਨੇ? ਦੇਖੋ, ਜਿੱਦਾਂ ਪਹਿਲੇ ਪੀਰੀਅਡ ਸਟਾਰਟ ਹੋਏ, ਹੈ ਨਾ, ਜਦੋਂ ਸਟਾਰਟ ਹੁੰਦੇ ਤਾਂ ਉਹਨੇ ਬੰਦ ਵੀ ਹੋਣਾ। ਇੱਕ ਏਜ ਹੁੰਦੀ ਹੈ, ਪਰ ਇਹਦੀ ਕੋਈ ਫਿਕਸਡ ਏਜ ਨਹੀਂ ਹੈ ਕਿ ਇਹ 40 ਸਾਲ ਤੇ ਹੀ ਬੰਦ ਹੋਣੇ ਜਾਂ 50 ਸਾਲ ਤੇ ਵੀ ਬੰਦ ਹੋਣੇ, ਹੈ ਨਾ। ਕਈਆਂ ਨੂੰ 40 ਸਾਲ 42 ਸਾਲ ਤੋਂ ਬਾਅਦ ਸਿੰਪਟਮਸ ਆਉਣੇ ਸ਼ੁਰੂ ਹੋ ਜਾਂਦੇ, ਕਈਆਂ ਦੇ 50 ਸਾਲ ਤੱਕ ਵੀ ਪੀਰੀਅਡਸ ਆਉਂਦੇ ਰਹਿੰਦੇ, ਪ੍ਰੋਪਰ ਆਉਂਦੇ ਰਹਿੰਦੇ, ਹੈ ਨਾ। ਤੇ ਇਹਦੇ ਵਿੱਚ ਮੀਨੋਪੌਜ਼ ਦਾ ਉਹ ਟਾਈਮ ਹੈ ਲੇਡੀ ਦਾ ਜਦ ਉਹਦੇ ਹਾਰਮੋਨ ਸਾਰੇ ਚੇਂਜ ਹੋਣੇ ਸ਼ੁਰੂ ਹੋ ਗਏ, ਪੀਰੀਅਡਸ ਤੁਹਾਡੇ ਬੰਦ ਹੋਣ ਤੇ ਆ ਰਹੇ ਹੈ ਨਾ। ਜਿਹੜੀ ਤੁਹਾਡੀ ਫੈਮਿਲੀ ਲਾਈਫ ਵਿੱਚ ਤੁਹਾਡੇ ਬੱਚੇ ਆ, ਉਹ ਆਪਣੀ ਉਸ ਟਾਈਮ ਆਪਣਾ ਜੋ ਵੀ ਉਹਨਾਂ ਨੇ ਆਪਣਾ ਕੈਰੀਅਰ ਚੂਜ਼ ਕੀਤਾ ਉਹਦੇ ਵਿੱਚ ਪ੍ਰੋਪਰ ਬਿਜ਼ੀ ਹੋ ਗਏ। ਔਰ ਹਸਬੈਂਡ ਤੁਹਾਡਾ ਅਗਰ ਬਿਜ਼ਨਸਮੈਨ ਜਾਂ ਕਿਸੇ ਵੀ ਫੀਲਡ ਵਿੱਚ ਆ, ਉਹਦਾ ਪੀਕ ਟਾਈਮ ਉਹਦਾ ਇਸ ਟਾਈਮ ਤੇ ਹੈ, ਤਾਂ ਉਹ ਲੇਡੀ ਇਕੱਲਾਪਨ ਫੀਲ ਕਰਦੀ ਹੈ ਉਸ ਟਾਈਮ ਤੇ, ਹੈ ਨਾ। ਤੇ ਜਦੋਂ ਉਹ ਇਕੱਲਾਪਨ ਫੀਲ ਹੁੰਦਾ ਹੈਗਾ, ਉਸ ਤੋਂ ਬਾਅਦ ਉਹਦੇ ਵਿੱਚ ਸਟ੍ਰੈਸ ਆਉਂਦਾ। ਇਸ ਟਾਈਮ ਤੇ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਫੈਮਿਲੀ ਦੀ ਸਪੋਰਟ ਦੀ। ਅਗਰ ਆਪਾਂ ਦੇਖ ਰਹੇ ਕਿ ਸਾਡੀ ਮਦਰ ਜਾਂ ਮਦਰ ਇਨ ਲਾ ਜੋ ਵੀ ਹੈ ਨਾ, ਉਹ 40+ ਹੈ, ਤੇ ਸਾਨੂੰ ਸਮਝ ਅਗਰ ਉਹਦੇ ਬਿਹੇਵੀਅਰ ਵਿੱਚ ਚੇਂਜ ਆ ਰਿਹਾ, ਚਿੜਚਿੜਾਪਨ ਆ ਰਿਹਾ, ਉਹਦੇ ਬਾਲ ਝੜਨੇ ਸ਼ੁਰੂ ਹੋ ਜਾਂਦੇ, ਕੈਲਸ਼ੀਅਮ ਦੀ ਕਮੀ ਆਉਣੀ ਸ਼ੁਰੂ ਹੋ ਜਾਂਦੀ ਹੈ ਨਾ, ਜੋੜਾਂ ਦੀ ਪ੍ਰੋਬਲਮ ਸਟਾਰਟ ਹੋ ਜਾਂਦੀ ਹੈ। ਤੇ ਉਹ ਸਾਰਾ ਕੁਝ ਅਗਰ ਪੀਰੀਅਡਸ ਉਹਦੇ ਕਦੀ ਘੱਟ ਆ ਰਹੇ, ਕਦੀ ਵੱਧ ਆ ਰਹੇ, ਜਾਂ ਕਦੀ 2 ਮਹੀਨੇ ਬਾਅਦ ਨਹੀਂ ਆਏ, ਫਿਰ 6 ਮਹੀਨੇ ਬਾਅਦ ਆ ਗਏ, ਜਦੋਂ ਇੱਕ ਵਾਰ 1 ਸਾਲ ਪੂਰਾ ਪੀਰੀਅਡ ਨਹੀਂ ਆਉਂਦੇ ਤਾਂ ਆਪਾਂ ਉਹਨੂੰ ਕਹਿੰਦੇ ਮੀਨੋਪੌਜ਼ ਹੋ ਗਿਆ, ਹੈ ਨਾ। ਤੇ ਇਹਦੇ ਵਿੱਚ ਫੈਮਿਲੀ ਦੀ ਅਗਰ ਸਪੋਰਟ ਉਸ ਲੇਡੀ ਨੂੰ ਮਿਲੇਗੀ ਤਾਂ ਉਹਨੂੰ ਜਿਹੜਾ ਇਹ ਟਾਈਮ ਕੱਟਣਾ ਸੌਖਾ ਹੋ ਜਾਏਗਾ। ਇਹਦੇ ਵਿੱਚ ਬਿਹੇਵੀਅਰ ਚੇਂਜਸ ਜਿਹੜੇ ਆਣੇ ਆ, ਅਗਰ ਫੈਮਿਲੀ ਦੀ ਸਪੋਰਟ ਹੈ ਤਾਂ ਉਹਨੂੰ ਠੀਕ ਫੀਲ ਕਰੇਗੀ। ਔਰ ਜਿਹੜੀ ਸਟ੍ਰੈਸ ਹੈ ਉਹਦੇ ਵਾਸਤੇ ਇਹਦੇ ਵਿੱਚ ਮੀਨੋਪੌਜ਼ ਦੇ ਵਿੱਚ ਯੋਗਾ ਦਾ ਬਹੁਤ ਵੱਡਾ ਰੋਲ ਹੈ। ਇਹਦੇ ਵਿੱਚ ਆਪਾਂ ਯੋਗਾ ਦੇ ਆਸਨ, ਮੈਡੀਟੇਸ਼ਨ, ਇਹ ਸਾਰਾ ਕੁਝ ਆਪਾਂ ਸਟਾਰਟ ਕਰਨਾ ਚਾਹੀਦਾ ਤਾਂ ਕਿ ਉਹ ਲੇਡੀ ਨੂੰ ਸਟ੍ਰੈਸ ਤੋਂ ਦੂਰ ਰੱਖਿਆ ਜਾਏ ਜੀ। ਕੁਝ ਮੈਡੀਸਿਨਸ ਵੀ ਨੇ ਜਿਹੜੀ ਇਸ ਵੇਲੇ ਦਿੱਤੀਆਂ ਜਾਂਦੀਆਂ ਨੇ ਰਿਲੀਫ ਲਈ। ਇਹਦੇ ਸਟ੍ਰੈਸ ਵਾਸਤੇ ਤੁਸੀਂ ਯੋਗਾ ਕਰੋ, ਉਹ ਬੈਸਟ ਹੈ ਜੀ ਜੀ। ਹੋਰ ਇਹਦੇ ਵਿੱਚ ਤੁਸੀਂ ਕੈਲਸ਼ੀਅਮ ਦੀ ਕਮੀ ਆਣੀ ਸ਼ੁਰੂ ਹੋ ਜਾਂਦੀ ਹੈ ਤੇ ਕੈਲਸ਼ੀਅਮ ਦੀ ਟੈਬਲੇਟ ਸਟਾਰਟ ਕਰਦੇ ਪਰ ਡਾਕਟਰ ਦੀ ਐਡਵਾਈਸ ਦੇ ਨਾਲ। ਤੇ ਇਹ ਵੀ ਬੜੀ ਸ਼ਿਕਾਇਤ ਕੀਤੀ ਜਾਂਦੀ ਹੈ ਕਿ ਜਦੋਂ ਮੈਨੋਪੌਜ਼ ਦਾ ਸਮਾਂ ਆਉਂਦਾ ਤੇ weight gain ਹੋਣਾ ਸ਼ੁਰੂ ਹੋ ਜਾਂਦਾ ਜੀ, ਹਾਰਮੋਨਸ ਬਣਨੇ ਸ਼ੁਰੂ ਹੋ ਜਾਂਦੇ, ਈਸਟ੍ਰੋਜਨ ਦੇ ਲੈਵਲਸ ਘੱਟ ਹੁੰਦੇ ਆ, ਹੈ ਨਾ। ਤੇ ਉਹਦੇ ਨਾਲ ਫਿਰ weight gain ਵਗੈਰਾ ਜਿਹੜੇ ਜੋ ਵੀ ਤੁਹਾਡੇ ਸਿੰਪਟਮਸ ਆ ਰਹੇ ਆ, ਉਹਦੇ ਵਿੱਚ ਇੱਕ weight gain ਵੀ ਮੈਨੋਪੌਜ਼ ਦਾ ਸਿੰਪਟਮ ਹੁੰਦਾ ਜੀ। ਤੇ ਇਹ ਵੀ ਕਿਹਾ ਜਾਂਦਾ ਹੈ ਕਿ ਜੇ weight gain ਇਸ ਵੇਲੇ ਹੋ ਜਾਏ ਤੇ ਘਟਾਣਾ ਬਹੁਤ ਮੁਸ਼ਕਿਲ ਹੈ। ਅਗਰ ਤੁਸੀਂ ਦੇਖੋ ਆਪਣੀ ਡਾਈਟ ਦਾ ਪੂਰਾ ਕੰਟਰੋਲ ਰੱਖਦੇ ਹੋ, ਜਦ ਤੋਂ 40+ ਹੋ ਤੁਹਾਨੂੰ ਵੈਸੇ ਹੀ ਆਪਣੀ
ਚੀਨੀ ਘੱਟ ਕਰਨੀ ਚਾਹੀਦੀ, ਘਿਓ ਘੱਟ ਕਰਨਾ ਚਾਹੀਦਾ, ਕਿਉਂਕਿ ਆਫਟਰ 40s ਤੁਹਾਨੂੰ ਸ਼ੂਗਰ ਦੇ, ਬੀਪੀ ਦੇ, ਹੈ ਨਾ, ਇਹ ਚੀਜ਼ਾਂ ਬਿਮਾਰੀਆਂ ਦੇ ਚਾਂਸਿਸ ਜ਼ਿਆਦਾ ਹੋ ਜਾਂਦੇ ਆ। ਤੇ ਆਪਾਂ ਜੇ ਆਪਣੀ ਡਾਈਟ ਵਿੱਚ ਆਪਾਂ ਹੈਲਦੀ ਡਾਈਟ ਲਵਾਂਗੇ, ਆਪਾਂ ਫਰੂਟਸ ਸੈਲਡਸ ਵੱਲ ਹਲਕਾ ਘਰ ਦਾ ਬਣਾ ਖਾਣਾ, ਬਾਹਰ ਦੀ ਚੀਜ਼ਾਂ ਨਾ ਲਈਏ, ਤੇ ਆਪਣਾ weight ਨਹੀਂ ਵਧੇਗਾ। ਔਰ ਐਕਸਰਸਾਈਜ਼ ਕਰਦੇ ਰਹਿਣਾ ਚਾਹੀਦਾ, ਐਕਸਰਸਾਈਜ਼ ਨਹੀਂ ਛੱਡਣੀ ਆਪਣੀ, ਐਕਸਰਸਾਈਜ਼ ਜਿਹੜੀ ਉਹ ਕਰਦੇ ਔਰ ਸਵੇਰੇ ਉੱਠ ਕੇ ਤੁਸੀਂ ਤਾਜ਼ੀ ਹਵਾ ਵਿੱਚ ਤਾਜ਼ੀ ਹਵਾ ਲਓ, ਤਾਂ ਕਿ ਤੁਹਾਨੂੰ ਜੇ ਸਟ੍ਰੈਸ ਜਿਹੜਾ ਤੁਹਾਡਾ ਦੂਰ ਹੋਵੇ। ਔਰ ਮਾਰਨਿੰਗ ਤੁਸੀਂ ਐਕਸਰਸਾਈਜ਼ ਜ਼ਰੂਰ ਕਰੋ, ਖਾਸ ਤੌਰ ਤੇ ਇਸ ਵੇਲੇ ਜਦੋਂ ਇਮਿਊਨਿਟੀ ਅਸੀਂ ਆਪਣੀ ਹੋਰ ਵੀ ਜ਼ਿਆਦਾ ਸਟਰੋਂਗ ਕਰਦੀ ਹੈ। ਜ਼ਰੂਰ। ਤੇ ਇਹ ਸਾਰੀਆਂ ਚੀਜ਼ਾਂ ਮਤਲਬ ਚੰਗੀ ਡਾਈਟ ਲੈਣਾ ਵੀ ਇਸ ਵੇਲੇ ਜ਼ਰੂਰੀ ਹੈ, ਤੇ ਜੇ ਅਸੀਂ ਮੈਡੀਟੇਸ਼ਨ ਨੂੰ ਜਾਂ ਯੋਗਾ ਨੂੰ ਸਮਾਂ ਦਿੰਦੇ ਆ ਤਾਂ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ। ਤੇ ਇੱਕ ਵਾਰੀ ਮੈਂ ਫੇਰ ਗੱਲ ਇਹ ਕਰਾਂਗੀ ਕਿ ਜਿਸ ਤਰ੍ਹਾਂ ਅੱਜ ਕੱਲ ਮਾਹੌਲ ਜੋ ਬਣਿਆ ਹੋਇਆ ਹੈ, ਆਨਲਾਈਨ ਬਹੁਤ ਸਾਰੇ ਕੰਮ ਹੋ ਰਹੇ ਨੇ, ਹੈ ਨਾ। ਲੇਡੀਜ਼ ਦੀ ਮੈਂ ਗੱਲ ਕਰਾਂ, ਘਰ ਬੈਠੇ ਬੈਠੇ ਆਨਲਾਈਨ ਕੰਮ ਕਰ ਰਹੀਆਂ, ਚਾਹੇ ਪ੍ਰੈਗਨੈਂਟ ਲੇਡੀਜ਼ ਦੀ ਗੱਲ ਕਰੀਏ, ਤੇ ਜੇ ਕੰਮ ਨਹੀਂ ਵੀ ਕਰ ਰਹੀਆਂ ਤੇ ਜਿਨ੍ਹਾਂ ਦੇ ਇੱਕ ਬੱਚਾ ਪਹਿਲਾਂ ਹੀ ਹੈ, ਉਹ ਬੱਚਾ ਜਿਹੜਾ ਆਨਲਾਈਨ ਸਟੱਡੀ ਕਰ ਰਿਹਾ ਹੈ, ਤੇ ਨਾਲ ਉਹਨੂੰ ਪੂਰੀ ਮਦਦ ਕਰਨੀ ਪੈ ਰਹੀ ਹੈ, 2-2 ਘੰਟੇ ਦੀ ਸਿਟਿੰਗ, 3-3 ਘੰਟੇ ਦੀ ਸਿਟਿੰਗ ਦੇਣੀ ਪੈ ਰਹੀ ਹੈ ਬੱਚੇ ਦੇ ਨਾਲ। ਤੇ ਇਸ ਵੇਲੇ ਕਿੱਦਾਂ ਉਹ ਮੈਨੇਜ ਕਰੇ ਤਾਂ ਕਿ ਸਰੀਰ ਤੇ ਵੀ ਇਹਦਾ ਕੋਈ ਮਾੜਾ ਅਸਰ ਜਿਹੜਾ ਨਾ ਪਵੇ। ਹਾਂ, ਜ਼ਿਆਦਾ ਦੇਰ ਦੇਖੋ, ਜਦੋਂ ਆਪਾਂ ਕੰਪਿਊਟਰ ਦੇ ਅੱਗੇ ਬੈਠੇ ਰਹਿੰਦੇ ਆ, ਉਹਦੇ ਨਾਲ ਤੁਹਾਨੂੰ ਹੋਰ ਬਹੁਤ ਸਾਰੀ ਕੰਪਲਿਕੇਸ਼ਨਸ ਵੀ ਆਉਂਦੀਆਂ। ਤੁਹਾਡੀ ਸਰਵਾਈਕਲ ਦੀ ਪ੍ਰੋਬਲਮ ਸਟਾਰਟ ਹੋ ਜਾਂਦੀ ਹੈ, ਤੁਸੀਂ ਦੇਖਿਆ ਹੋਣਾ ਅੱਖਾਂ ਦੀ ਡਰਾਈਨੈਸ ਸ਼ੁਰੂ ਹੋ ਜਾਂਦੀ ਹੈ। ਉਹਦੇ ਲਈ ਕੀ ਕਰਨਾ, ਇਹਦੇ ਲਈ ਵੀ ਤੁਸੀਂ ਕੀ ਕਰਨਾ, ਜਦ ਤੁਸੀਂ ਆਨਲਾਈਨ ਕਲਾਸਿਸ ਲਗਾ ਰਹੇ ਹੋ, ਜਾਂ ਬੱਚੇ ਹੈ ਚਾਹੇ ਉਹ ਬੜਾ ਹੈ ਨਾ, ਤੁਸੀਂ 1 ਘੰਟਾ ਜਦ ਤੁਸੀਂ ਕਲਾਸ ਲਗਾ ਰਹੇ, ਇੱਕ ਵਾਰ ਤੁਸੀਂ ਉੱਠ ਜਾਓ, 1 ਰਾਊਂਡ ਤੁਸੀਂ ਲੈ ਕੇ ਆਓ, ਠੀਕ ਹੈ। ਲਗਾਤਾਰ ਕੰਟੀਨਿਊਸਲੀ ਤੁਸੀਂ ਬੈਠੇ ਨਾ ਰਹੋ। ਉਸ ਤੋਂ ਬਾਅਦ ਅਗਰ ਤੁਹਾਡੀ ਅੱਖਾਂ 'ਤੇ ਤੁਸੀਂ ਲਗਾਤਾਰ ਫੋਕਸ ਕੀਤਾ ਹੋਇਆ, ਮੋਬਾਈਲ 'ਤੇ ਜਾਂ ਕੰਪਿਊਟਰ 'ਤੇ ਕਿਤੇ ਵੀ ਹੈ, ਤਾਂ ਉਹਨੂੰ ਤੁਸੀਂ ਥੋੜ੍ਹੀ ਦੇਰ ਬਾਅਦ ਅੱਖਾਂ ਝਪਕਾਉਂਦੇ ਰਹੋ। ਔਰ ਤੁਸੀਂ ਇੱਕ ਰੋਜ਼ ਵਾਟਰ ਦਾ ਸਪਰੇਅ ਆਪਣੇ ਕੋਲ ਰੱਖੋ, ਹਰ ਘੰਟੇ 2 ਘੰਟੇ ਬਾਅਦ ਤੁਸੀਂ ਸਪਰੇਅ ਫੇਸ 'ਤੇ ਮਾਰੋ, ਤਾਂ ਕਿ ਤੁਹਾਨੂੰ ਥੋੜ੍ਹਾ ਜਿਹਾ ਰਿਫਰੈਸ਼ ਫੀਲ ਹੋਵੇ ਔਰ ਥਕਾਵਟ ਨਹੀਂ ਹੋਏਗੀ। ਜੀ, ਲਗਾਤਾਰ ਡਾਕਟਰ ਰੀਨਾ ਮਲਹੋਤਰਾ ਨਾਲ ਗੱਲਬਾਤ ਕਰ ਰਹੇ ਹਾਂ, ਤੇ ਇੱਕ ਸਵਾਲ ਇਹ ਪੁੱਛਣਾ ਇਸ ਵੇਲੇ ਜ਼ਰੂਰ ਬਣਦਾ ਹੈ ਕਿ ਡਾਈਟ ਜਿਹੜੀ ਹੈ ਉਹ ਕਿਹੋ ਜਿਹੀ ਹੋਣੀ ਚਾਹੀਦੀ ਹੈ ਸਾਡੀ, ਤਾਂ ਕਿ ਸਾਨੂੰ ਹਲਕਾ ਮਹਿਸੂਸ ਹੋਈਏ ਤੇ ਅਸੀਂ ਫਿਟ ਮਹਿਸੂਸ ਕਰੀਏ। तो ਆਪਾਂ ਨੂੰ ਜਿਹੜੀ ਜ਼ਿਆਦਾ ਪ੍ਰੋਟੀਨ ਰਿਚ ਡਾਈਟ ਲੈਣੀ ਚਾਹੀਦੀ ਹੈ। ਅਗਰ ਆਪਾਂ ਸਵੇਰੇ ਐਕਸਰਸਾਈਜ਼ ਵਗੈਰਾ ਕਰਦੇ ਹਾਂ, ਆਪਾਂ ਰਾਤ ਨੂੰ 5 ਬਦਾਮ 5 ਅਖਰੋਟ ਸੋਗੀ ਭਿਗੋ ਕੇ ਰੱਖੀਏ, ਔਰ ਸਵੇਰੇ ਐਕਸਰਸਾਈਜ਼ ਕਰਕੇ ਜਦ ਆਪਾਂ ਆਨੇ ਹੈਗੇ ਆ ਤਾਂ ਉਸ ਤੋਂ ਬਾਅਦ ਆਪਾਂ ਇਹ ਚੀਜ਼ ਦਾ ਸੇਵਨ ਕਰੀਏ, ਆਪਾਂ ਲਈਏ ਇਹਨਾਂ ਨੂੰ। ਔਰ ਮਾਰਨਿੰਗ ਜਦ ਆਪਾਂ ਸਵੇਰੇ ਉੱਠਦੇ ਹਾਂ, ਆਪਾਂ 1 ਗਲਾਸ ਗਰਮ ਪਾਣੀ ਵਿੱਚ ਆਪਾਂ ਨਿੰਬੂ ਔਰ ਕਾਲੀ ਮਿਰਚ ਪਾ ਕੇ ਔਰ 1 ਚਮਚ ਵਿੱਚ ਸ਼ਹਿਦ ਪਾ ਕੇ ਆਪਾਂ ਅਗਰ ਸਵੇਰੇ ਲੈਂਦੇ ਹਾਂ ਤਾਂ ਉਹਦੇ ਨਾਲ ਸਾਡਾ ਪੇਟ ਵੀ ਅੱਛੀ ਤਰ੍ਹਾਂ ਸਾਫ਼ ਹੁੰਦਾ ਔਰ ਸਾਨੂੰ ਇਹ ਹੈਲਥ ਲਈ ਵੀ ਬਹੁਤ ਅੱਛਾ ਹੈਗਾ। ਤੇ ਮਾਰਨਿੰਗ ਆਪਾਂ ਨੂੰ ਐਕਸਰਸਾਈਜ਼ ਕਰਨੀ ਚਾਹੀਦੀ ਹੈ। ਉਸ ਤੋਂ ਬਾਅਦ ਡੇ ਟਾਈਮ 'ਤੇ ਤੁਸੀਂ ਜਿਹੜਾ ਖਾਣਾ ਹੈ ਬਹੁਤ ਜ਼ਿਆਦਾ ਪੇਟ ਭਰ ਕੇ ਨਹੀਂ ਲਓ, ਤੁਸੀਂ ਉਹਨੂੰ ਅਗਰ 2 ਵਾਰ ਖਾਣੇ ਉਹਨੂੰ 3 ਵਾਰ ਕਰ ਦਿਓ, ਹੈ ਨਾ। ਥੋੜਾ ਥੋੜਾ ਲਓ, ਪਰ ਬਹੁਤ ਜ਼ਿਆਦਾ ਹੈਵੀ ਫੂਡ ਮਤਲਬ ਭਰ ਕੇ ਨਹੀਂ ਖਾਣਾ। ਔਰ ਉਹਦੇ ਵਿੱਚ ਤੁਸੀਂ ਆਪਣਾ ਸੈਲਡ ਪੂਰੇ ਪ੍ਰੋਪਰ ਲਓ। ਔਰ ਜਿਹੜਾ ਪਾਣੀ ਤੁਸੀਂ ਪੀਂਦੇ ਹੋ ਉਹਨੂੰ ਕੋਸ਼ਿਸ਼ ਕਰਨਾ ਖਾਣੇ ਦੇ ਨਾਲ ਪਾਣੀ ਨਹੀਂ ਪੀਣਾ। ਜਦੋਂ ਵੀ ਤੁਸੀਂ ਪਾਣੀ ਪੀਣਾ ਖਾਣੇ ਤੋਂ 1 ਘੰਟਾ ਪਹਿਲੇ ਪੀਓ, ਜਾਂ ਫਿਰ ਖਾਣੇ ਦੇ ਅਗਰ ਵਿੱਚ ਤੁਹਾਨੂੰ ਬਹੁਤ ਜ਼ਰੂਰਤ ਹੈ, ਜਦ ਤੁਸੀਂ ਅੱਧਾ ਖਾਣਾ ਖਾ ਚੁੱਕੇ ਉਹਦੇ ਵਿੱਚ 2 ਸਿਪ ਤੁਸੀਂ ਪਾਣੀ ਦੇ ਲੈ ਲਓ। ਜ਼ਿਆਦਾ ਪਾਣੀ ਤੁਸੀਂ ਡਿਊਰਿੰਗ ਆਪਾਂ ਮੀਲ ਨਹੀਂ ਲੈਣਾ ਹੈਗਾ, ਔਰ ਉਹਦੇ ਵਿੱਚ ਗੈਪ ਰੱਖਣਾ। ਔਰ ਰਾਤ ਦਾ ਖਾਣਾ ਜਿੰਨਾ ਵੀ ਹਲਕਾ ਹੋ ਸਕਦੇ ਉਹ ਜ਼ਰੂਰੀ ਹੈ। ਰਾਤ ਨੂੰ ਤੁਸੀਂ ਹੈਵੀ ਡਾਈਟ ਨਹੀਂ ਲੈਣੀ ਹੈ। ਜੋ ਵੀ ਤੁਸੀਂ ਰਾਤ ਦਾ ਖਾਣਾ ਖਾਣਾ ਹੈ 7 ਵਜੇ ਤੱਕ ਤੁਸੀਂ ਆਪਣਾ ਖਤਮ ਕਰੋ, ਔਰ ਉਸ ਤੋਂ ਬਾਅਦ ਤੁਸੀਂ ਹੈਵੀ ਡਾਈਟ ਨਹੀਂ ਲਓ। ਔਰ ਰਾਤ ਨੂੰ ਤੁਸੀਂ 1 ਗਰਮ ਦੁੱਧ ਦਾ ਗਲਾਸ ਪੀ ਕੇ ਸੋ ਸਕਦੇ ਹੋ। ਜੀ ਬਿਲਕੁਲ, ਤੇ ਬਹੁਤ ਵਧੀਆ ਗੱਲਾਂ ਤੁਸੀਂ ਡਾਕਟਰ ਰੀਨਾ ਸਾਡੇ ਦਰਸ਼ਕਾਂ ਨੂੰ ਦੱਸਿਆ। ਤੁਸੀਂ ਪੰਜਾਬ 1 TV ਦੇ ਸਟੂਡੀਓ ਦੇ ਵਿੱਚ ਆਏ, ਤੁਸੀਂ ਸਮਾਂ ਕੱਢਿਆ ਖਾਸ ਤੌਰ ਤੇ ਸਾਡੇ ਦਰਸ਼ਕਾਂ ਲਈ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਜੀ। For more updates, download Punjab 1 TV app free on Roku, Tikri TV, Google Play Store, iOS. Like, follow and share our Facebook page. YouTube channel भी subscribe कर सकते हो।